ਵਾਹਿਗੁਰੂ 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 ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਛੰਤ ਮਹਲਾ ਪਹਿਲਾ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਭਰ ਜੋਬਨ ਮੈਂ ਮਤ ਪਈੜੈ ਘਰ ਪਾਹੁਣੀ ਬਲਰਾਮ ਜੀਓ। ਮੈਲੀ ਅਵਗਣ ਚਿਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ। ਭਰ ਜੋਬਨ ਮੈਂ ਮਤ ਪਈੜੈ ਘਰ ਪਾਹੁਣੀ ਬਲਰਾਮ ਜੀਓ। ਮੈਲੀ ਅਵਗਣ ਚਿਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ। ਗੁਣ ਸਾਰ ਨ ਜਾਣੀ ਭਰਮ ਭੁਲਾਣੀ ਜੋਬਨ ਬਾਦ ਗਵਾਇਆ। ਵਾਰ ਘਰ ਦਰ ਦਰਸ਼ਨ ਨਹੀਂ ਜਾਤਾ ਫਿਰ ਕਾ ਸਹਿਜ ਨਾ ਪਾਇਆ। ਸਤਿਗੁਰ ਪੂਛ ਨ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ। ਨਾਨਕ ਬਾਲ ਤਨ ਰਾਡੇ ਪਾ ਬਿਨ ਪਿਰ ਧਨ ਕੁਮਲਾਣੀ। ਸਤਿਗੁਰ ਪੂਛ ਨ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ। ਨਾਨਕ ਬਾਲ ਤਨ ਰਾਡੇ ਪਾ ਬਿਨ ਪਿਰ ਧਨ ਕੁਮਲਾਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗਹੁ ਜੁਗ ਅਟਲ ਚਵਰ ਛਤਰ ਤਖਤਾਂ ਦੇ ਮਾਲਕ ਵਾਲੀਏ ਕੁਲ ਆਲਮ ਸ਼ਬਦਾ ਅਵਤਾਰ। ਸਰਬ ਸਾਂਝੀ ਵਾਲਤਾ ਦੇ ਰਹਿਬਰ ਗਰੀਬ ਨਵਾਜ ਸਤਿਗੁਰੂ ਸਾਹਿਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਤੇ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦੂਰ ਦਰਾਡੇ ਤੋਂ ਚੱਲ ਕਰਕੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਵੱਡੇ ਭਾਗ ਹਨ ਜੋ ਜਿੱਥੇ ਸਰੀਰ ਕਰਕੇ ਸਤਿਗੁਰਾਂ ਦੇ ਪਾਵਨ ਧਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ, ਉਸ ਦੇ ਨਾਲ ਹੀ ਇੰਟਰਨੈਟ ਅਤੇ ਟੀਵੀ ਮਾਧਿਅਮ ਦੇ ਰਾਹੀਂ ਸੁਰਤ ਕਰਕੇ ਵੀ ਸਤਿਗੁਰ ਜੀ ਦੇ ਦਰਸ਼ਨਾਂ ਦਾ ਸਤਿਗੁਰ ਜੀ ਦੇ ਇਸ ਪਾਵਨ ਸਥਾਨ 'ਤੇ ਹਾਜ਼ਰੀਆਂ ਭਰ ਕੇ ਆਨੰਦ ਮਾਣ ਰਹੇ ਹਾਂ। ਸੋ ਆਓ ਅੱਜ ਦਾ ਜੋ ਪਾਵਨ ਪਵਿੱਤਰ ਉਪਦੇਸ਼ ਹੁਕਮ ਸਵਰੂਪ ਸਤਿਗੁਰਾਂ ਨੇ ਸਾਡੀ ਝੋਲੀ ਪਾਇਆ ਹੈ, ਤਿਸ ਦੀ ਵਿਚਾਰ ਅਲਪ ਮਤ ਦੇ ਦੁਆਰਾ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਸ਼ਰਵਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਛੰਤ ਮਹਲਾ ਪਹਿਲਾ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੂਹੀ ਰਾਗ ਦੇ ਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਰਤਾਲ ਦੇ ਪਹਿਲੇ ਘਰ ਦੇ ਅੰਦਰ ਇਹ ਪਾਵਨ ਪਵਿੱਤਰ ਉਪਦੇਸ਼ ਛੰਤ ਜੋ ਸ਼ਬਦ ਦੀ ਚਾਲ ਹੈ ਦੇ ਦੁਆਰਾ ਬਖਸ਼ਿਸ਼ ਕਰ ਰਹੇ ਹਨ।
ਛੰਤ ਤੋਂ ਭਾਵ ਜਿਸ ਸ਼ਬਦ ਦੇ 6 ਪਦ ਹੋਇਆ ਕਰਦੇ ਹਨ, ਪਰ ਇਸ ਪਾਵਨ ਸ਼ਬਦ ਦੇ 4 ਹੀ ਪਦ ਹਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਸੁਤੰਤਰ ਹੈ। ਪਾਤਸ਼ਾਹ ਜੀ ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਪਰਮ ਪਿਤਾ ਪਰਮੇਸ਼ਵਰ ਨਿਰੰਕਾਰ ਵਾਹਿਗੁਰੂ ਦਾ ਮੰਗਲਾਚਰਨ ਕਰ ਰਹੇ ਹਨ। ਇੱਕ ਓੰਕਾਰ, ਇੱਕ ਜੋ ਅਦਵੈਤ ਸਵਰੂਪ ਪਰਮੇਸ਼ਵਰ ਓੰਕਾਰ ਸਰਬ ਦਾ ਪ੍ਰਕਾਸ਼ਕ ਹੈ, ਉਚਾਰਨ ਮਾਤਰ ਤੋਂ ਰੱਖਿਆ ਕਰਨ ਵਾਲਾ ਹੈ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਦੁਆਰਾ ਜਿਸ ਪਰਮ ਪਿਤਾ ਪਰਮੇਸ਼ਵਰ ਦੀ ਪ੍ਰਾਪਤੀ ਹੁੰਦੀ ਹੈ। ਭਰ ਜੋਬਨ ਮੈਂ ਮਤ ਪੀੜੈ ਘਰ ਪਾਹੁਣੀ ਬਲ ਰਾਮ ਜੀਓ। ਬਲ ਰਾਮ ਜੀਓ ਸ਼ਬਦ ਦੀ ਚਾਲ ਹੈ। ਬਲ ਰਾਮ ਜੀਓ, ਬਲ ਤੋਂ ਭਾਵ ਬਲਿਹਾਰੀ ਜਾਈਏ। ਰਾਮ ਜੋ ਰਮਿਆ ਹੋਇਆ ਪਰਮੇਸ਼ਵਰ ਹੈ। ਹੇ ਸਤ ਸੰਗੀ ਪੁਰਖੋ, ਸੋ ਇਸ ਪਾਵਨ ਸ਼ਬਦ ਦੇ ਦੁਆਰਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਵ ਰੂਪ ਇਸਤਰੀ ਜੋ ਜਿਗਿਆਸੂ ਹੋ ਕਰਕੇ ਗੁਰਾਂ ਤੋਂ ਗਿਆਨ ਉਪਦੇਸ਼ ਹਾਸਲ ਕਰਕੇ ਪਰਮਾਤਮਾ ਦੀ ਸਾਖਿਆਤ ਪਾਉਣਾ ਚਾਹੁੰਦੀ ਹੈ, ਉਹਦੇ ਪ੍ਰਥਾਏ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਹੈ। ਪਾਤਸ਼ਾਹ ਜੀ ਇਸ ਪਾਵਨ ਸ਼ਬਦ ਦੇ ਦੁਆਰਾ ਜੀਵ ਰੂਪ ਇਸਤਰੀ ਨੂੰ ਉਪਦੇਸ਼ ਕਰਦੇ ਹੋਏ ਬਖਸ਼ਿਸ਼ ਕਰ ਰਹੇ ਹਨ। ਭਰ ਜੋਬਨ ਮੈਂ ਮਤ। ਮੈਂ ਤੋਂ ਭਾਵ ਹੈ ਲੀਨ ਹੋਣਾ, ਮਤ ਤੋਂ ਭਾਵ ਜੋ ਬੁੱਧ ਹੈ। ਸਤਿਗੁਰੂ ਪਾਤਸ਼ਾਹ ਉਪਦੇਸ਼ ਕਰਦੇ ਭਰ ਜੋਬਨ। ਜਦੋਂ ਜੀਵ ਦੇ ਉੱਤੇ ਜੋਬਨ ਦੀ ਰੁੱਤ ਹੁੰਦੀ ਹੈ, ਨੌਜਵਾਨੀ ਦੀ ਅਵਸਥਾ ਹੁੰਦੀ ਹੈ, ਉਸ ਸਮੇਂ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਕਿ ਇਸ ਜੀਵ ਦਾ ਜੋ ਮਤ ਹੈ, ਜੋ ਸੁਭਾਅ ਹੈ, ਉਹ ਮੈਂ ਭਾਵ ਵਿਕਾਰਾਂ ਦੇ ਵਿੱਚ ਲੀਨ ਹੋਇਆ ਰਹਿੰਦਾ ਹੈ। ਇਸ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੈ। ਪੇਈੜੈ ਘਰ ਪਾਹੁਣੀ। ਪੇਈੜੈ ਤੋਂ ਭਾਵ ਹੈ ਪੇਕੇ ਪਰਿਵਾਰ ਦੇ ਵਿੱਚ। ਜਿਵੇਂ ਇੱਕ ਜੀਵ ਰੂਪ ਇਸਤਰੀ ਜਾਂ ਬੱਚੀ ਆਪਣੇ ਪਿਤਾ ਦੇ ਘਰ ਦੇ ਵਿੱਚ ਪਰਾਹੁਣੀ ਹੁੰਦੀ ਹੈ, ਇੱਕ ਦਿਨ ਉਸਨੇ ਆਪਣੇ ਸਹੁਰੇ ਘਰ ਚਲੇ ਜਾਣਾ ਹੋਇਆ ਕਰਦਾ ਹੈ। ਇਸੇ ਹੀ ਤਰ੍ਹਾਂ ਜਿੰਨੇ ਵੀ ਅਸੀਂ ਇਸ ਸੰਸਾਰ ਦੇ ਵਿੱਚ ਜੀਵ ਹਾਂ, ਸਾਰੀਆਂ ਹੀ ਜੀਵ ਰੂਪ ਇਸਤਰੀਆਂ ਹਾਂ। ਸਤਿਗੁਰ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਫਰਮਾਨ ਹੈ, ਏਕੈ ਪੁਰਖ ਸਬਾਈ ਨਾਰ। ਅਸੀਂ ਸਾਰੀਆਂ ਹੀ ਉਸ ਜੀਵ ਰੂਪ ਇਸਤਰੀਆਂ ਹਾਂ, ਉਸ ਪਤੀ ਰੂਪ ਪਰਮੇਸ਼ਵਰ ਦੀਆਂ। ਸੋ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ ਪੇਈੜੈ ਘਰ ਪਾਹੁਣੀ ਬਲਰਾਮ ਜੀਓ। ਇਹ ਜੀਵ ਰੂਪ ਇਸਤਰੀ ਇਸ ਗੱਲ ਨੂੰ ਭੁੱਲ ਚੁੱਕੀ ਹੈ ਕਿ ਇਹ ਮਾਤ ਲੋਕ ਇਸ ਦਾ ਸਦੀਵ ਟਿਕਾਣਾ ਨਹੀਂ ਹੈ। ਇਸ ਨੂੰ ਇੱਕ ਦਿਨ ਛੱਡ ਕੇ ਇਸ ਨੇ ਜਾਣਾ ਹੈ। ਇਹ ਭੁੱਲ ਤਾਂ ਜਾਂਦੀ ਹੈ ਕਿਉਂਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਿਉਂ ਹੀ ਇਹ ਜੀਵ ਰੂਪ ਇਸਤਰੀ ਜਾਂ ਜੀਵ ਮਾਤਾ ਦੇ ਉਦਰ ਚੋਂ ਸੰਸਾਰ ਦੇ ਵਿੱਚ ਪ੍ਰਗਟ ਹੁੰਦਾ ਹੈ, ਜਨਮ ਲੈਂਦਾ ਹੈ, ਤੇ ਇਸ ਦੇ ਉੱਤੇ ਮਾਇਆ ਜੋ ਹੈ ਉਹ ਆਪਣਾ ਪ੍ਰਭਾਵ ਹੁਕਮ ਵਰਤਾ ਦਿੰਦੀ ਹੈ। ਪਾਤਸ਼ਾਹ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਮਾਇਆ ਨੇ ਆਪਣੇ ਪ੍ਰਭਾਵ ਹੇਠ ਇਸ ਜੀਵ ਨੂੰ ਰੱਖਿਆ ਹੈ। ਇਸ ਕਰਕੇ ਇਹ ਜੀਵ ਜੋ ਹੈ, ਇਹ ਇਸਤਰੀ ਜੀਵ ਰੂਪ ਇਸਤਰੀ ਪਤੀ ਰੂਪ ਪਰਮੇਸ਼ਵਰ ਦੇ ਦਰ ਨੂੰ ਭੁੱਲ ਚੁੱਕੀ ਹੈ। ਮੈਲੀ ਅਵਗਨ ਚਿਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ। ਮੈਲੀ ਅਵਗਣ ਚਿੱਤ, ਮੈਲੀ ਹੋਈ ਹੈ ਇਸ ਜੀਵ ਰੂਪ ਇਸਤਰੀ ਦੀ ਜੋ ਮਤ ਹੈ ਉਹ ਮਲੀਨ ਹੋ ਗਈ ਹੈ। ਅਵਗਣ ਚਿੱਤ ਕਿਉਂਕਿ ਇਹਦੇ ਚਿਤਵਨੀ ਦੇ ਵਿੱਚ ਹਮੇਸ਼ਾ ਅਵਗਣ ਚੱਲਦੇ ਹਨ, ਗੁਣ ਨਹੀਂ ਚੱਲਦੇ। ਅਗਰ ਅਸੀਂ ਆਪਣੇ ਚਿੱਤ ਦੇ ਵਿੱਚ ਧਿਆਨ ਰੱਖੀਏ ਤੇ ਬਹੁਤਾਇਤ ਦੇ ਵਿੱਚ ਸਾਡੇ ਮਨ ਅੰਦਰ ਸਾਡੀ ਚਿਤਵਨੀ ਦੇ ਵਿੱਚ ਲੋਭ ਚੱਲਦਾ ਹੈ, ਕ੍ਰੋਧ ਚੱਲਦਾ ਹੈ, ਅਹੰਕਾਰ ਚੱਲਦਾ ਹੈ। ਅਵਗਣ ਚਿੱਤ, ਅਵਗਣ ਹੀ ਸਾਡੇ ਚੇਤੇ ਵਿੱਚ ਰਹਿੰਦੇ ਹਨ। ਸਾਨੂੰ ਇਹ ਨਹੀਂ ਚੇਤਾ ਕਿ ਅਸੀਂ ਦਇਆ ਧਾਰਨ ਕਰਨੀ ਹੈ, ਅਸੀਂ ਧਰਮ ਦੇ ਉੱਤੇ ਚੱਲਣਾ ਹੈ, ਅਸੀਂ ਸੱਤ ਨੂੰ ਧਾਰਨ ਕਰਨਾ ਹੈ। ਸ਼ੁਭ ਗੁਣਾਂ ਨੂੰ ਵਿਸਾਰ ਕਰਕੇ ਅਵਗਣ ਚਿੱਤ, ਈਰਖਾ, ਨਿੰਦਿਆ, ਚੁਗਲੀ, ਇਹ ਜ਼ਿਆਦਾ ਸਾਡੇ ਚੇਤੇ ਵਿੱਚ ਸਾਨੂੰ ਪ੍ਰਭਾਵਿਤ ਕਰਕੇ ਰੱਖਦੇ ਹਨ। ਇਸ ਕਰਕੇ ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਣੀ, ਬਿਨ ਗੁਰ ਗੁਣ ਨਾ ਸਮਾਵਣੀ। ਹੁਣ ਇੱਥੇ ਅਸੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠੇ ਹਾਂ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਬਿਨਾਂ ਗੁਰੂ ਦੀ ਕਿਰਪਾ ਤੋਂ ਗੁਣ ਹਿਰਦੇ ਵਿੱਚ ਨਹੀਂ ਸਮਾ ਸਕਦੇ। ਬਿਨਾਂ ਗੁਰੂ ਦੀ ਕਿਰਪਾ ਤੋਂ ਗੁਰ ਬਿਨ ਘੋਰ ਅੰਧਾਰ
ਗੁਰੂ ਬਿਨ ਸਮਝ ਨਾ ਆਵੈ। ਸਤਿਗੁਰ ਕਹਿੰਦੇ ਗੁਰੂ ਤੋਂ ਬਿਨਾ ਸਮਝ ਨਹੀਂ ਆ ਸਕਦੀ। ਇਸ ਕਰਕੇ ਕਿਉਂ ਸਾਡੀ ਮਤ ਕਿਉਂ ਮਲੀਨ ਹੈ, ਕਿਉਂ ਮੈਲੀ ਹੈ? ਕਿਉਂਕਿ ਅਸੀਂ ਗੁਰੂ ਦੇ ਉਪਦੇਸ਼ ਨੂੰ ਕਮਾਇਆ ਨਹੀਂ ਹੈ, ਗੁਰੂ ਦੇ ਮਾਰਗ ਤੇ ਚੱਲਦੇ ਨਹੀਂ ਹਾਂ। ਇਸ ਕਰਕੇ ਪਾਤਸ਼ਾਹ ਕਹਿੰਦੇ ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਣੀ। ਬਿਨਾ ਗੁਰੂ ਦੀ ਕਿਰਪਾ ਤੋਂ ਗੁਣ ਹਿਰਦੇ ਵਿੱਚ ਨਹੀਂ ਸਮਾ ਸਕਦੇ। ਇਸ ਕਰਕੇ ਹਮੇਸ਼ਾ ਗੁਰੂ ਦੀ ਸ਼ਰਨ ਵਿੱਚ ਰਹਿਣਾ, ਗੁਰੂ ਦੇ ਉਪਦੇਸ਼ ਨੂੰ ਚੇਤੇ ਵਿੱਚ ਰੱਖਣਾ ਹੀ ਮਨੁੱਖੀ ਜੀਵਨ ਦਾ ਆਧਾਰ ਹੈ। ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ ਬਲਰਾਮ ਜੀਓ। ਬਲਰਾਮ ਜੀਓ ਤੋਂ ਭਾਵ ਹੈ ਪਰਮੇਸ਼ਰ, ਹੈ ਸਾਰਿਆਂ ਨੂੰ ਜੀਓ ਦਾਨ ਦੇਣ ਵਾਲੇ ਰਮੇ ਹੋਏ RAM, ਮੈਂ ਤੇਰੇ ਤੋਂ ਬਲਿਹਾਰ ਜਾਵਾਂ। ਗੁਣ ਸਾਰ ਨਾ ਜਾਣੀ ਭਰਮ ਭੁਲਾਣੀ, ਜੋਬਨ ਬਾਦ ਗਵਾਇਆ। ਜੀਵ ਰੂਪ ਇਸਤਰੀ ਨੇ ਪਤੀ ਰੂਪ ਪਰਮੇਸ਼ਰ ਦੇ ਗੁਣਾਂ ਦੀ ਸਾਰ ਜਾਣੀ ਹੀ ਨਹੀਂ ਹੈ। ਜੋ ਪਰਮਾਤਮਾ ਨੇ ਸਾਨੂੰ ਗੁਣ ਬਖਸ਼ਿਸ਼ ਕੀਤੇ ਹਨ, ਸੀਲ, ਸੰਯਮ, ਦਇਆ, ਧਰਮ, ਇਹਨਾਂ ਗੁਣਾਂ ਦੀ ਅਸੀਂ ਸਾਰ ਜਾਣੀ ਹੀ ਨਹੀਂ ਹੈ। ਕਿਉਂਕਿ ਅੰਮ੍ਰਿਤ ਕੌੜਾ ਵਿਖਿਆ ਮੀਠੀ, ਸਾਨੂੰ ਗੁਰੂ ਦੀ ਅੰਮ੍ਰਿਤ ਰੂਪੀ ਬਾਣੀ ਜਿਹੜੀ ਹੈ, ਉਪਦੇਸ਼ ਜੋ ਹੈ ਉਹ ਕੌੜਾ ਲੱਗਦਾ ਹੈ, ਤੇ ਜੋ ਵਿਉ ਰੂਪ ਵਿਕਾਰ ਹਨ ਉਹ ਸਾਨੂੰ ਮਿੱਠੇ ਲੱਗ ਰਹੇ ਹਨ। ਇਸ ਕਰਕੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਗੁਣ ਸਾਰ ਨਾ ਜਾਣੀ ਭਰਮ ਭੁਲਾਣੀ। ਜੀਵ ਰੂਪ ਇਸਤਰੀ ਭਰਮ ਦੇ ਵਿੱਚ ਭੁੱਲੀ ਹੋਈ ਹੈ। 5 ਪ੍ਰਕਾਰ ਦੇ ਭਰਮ ਵਿਦਵਾਨਾਂ ਨੇ ਸੰਸਾਰ ਦੇ ਅੰਦਰ ਮੰਨੇ ਹਨ। ਭੇਦ ਭਰਮ, ਕਰਤੱਤ ਭਰਮ, ਪੁੰਨ ਸੰਗ ਭਰਮ, ਵਿਚਾਰ, ਬ੍ਰਹਮ ਇਤਰ ਜਗ ਸਤ ਹੈ, 5 ਭਰਮ ਸੰਸਾਰ। 5 ਤਰ੍ਹਾਂ ਦਾ ਭਰਮ ਜੋ ਹੈ ਜੀਵ ਨੂੰ ਪਿਆ ਹੋਇਆ ਹੈ। ਭੇਦ ਭਰਮ, ਭੇਦ ਪੈ ਜਾਣਾ ਵੀ ਇਹ ਉੱਚਾ ਹੈ, ਨੀਵਾਂ ਹੈ, ਅਮੀਰ ਹੈ, ਗਰੀਬ ਹੈ, ਤੇਰਾ ਹੈ, ਮੇਰਾ ਹੈ, ਸੱਜਣ ਹੈ, ਦੁਸ਼ਮਣ ਹੈ, ਇਹ ਭੇਦ ਪਿਆ ਹੋਇਆ ਹੈ। ਭੇਦ ਭਰਮ। ਕਰਤੱਤ ਭਰਮ ਤੇ ਆਪਣੇ ਕਰਤੱਵ ਦਾ ਭਰਮ ਪੈ ਜਾਣਾ, ਮੈਂ ਕੀਤਾ ਹੈ, ਮੈਂ ਕਰਦਾ ਹਾਂ, ਮੈਂ ਕਰ ਸਕਦਾ ਹਾਂ। ਪੁੰਨ ਸੰਗ ਭਰਮ, ਵਿਚਾਰ, ਤੇ ਇਹ ਜਿਹੜਾ ਇੱਕ ਦੂਸਰੇ ਦਾ ਸੰਗ ਹੈ, ਰਿਸ਼ਤੇ ਨਾਤਿਆਂ ਦੇ ਮੋਹ ਦੇ ਵਿੱਚ ਫਸਿਆ ਹੋਇਆ ਜੀਵ ਹੈ। ਬ੍ਰਹਮ ਇਤਰ ਜਗ ਸਤ ਹੈ, ਬ੍ਰਹਮ ਪਰਮੇਸ਼ਰ ਤੋਂ ਬਿਨਾਂ ਸੰਸਾਰ ਨੂੰ ਸਤ ਕਰਕੇ ਜਾਣ ਲੈਣਾ। ਸੋ ਇਸ ਪ੍ਰਕਾਰ ਇਹ ਜੀਵ ਨੂੰ ਭਰਮ ਪਿਆ ਹੋਇਆ ਹੈ। ਗੁਣ ਸਾਰ ਨਾ ਜਾਣੀ ਭਰਮ ਭੁਲਾਣੀ, ਜੋਬਨ ਬਾਦ ਗਵਾਇਆ। ਤੇ ਇਹ ਜਿਹੜਾ ਜੀਵਨ ਹੈ, ਜੋਬਨ ਹੈ, ਜਵਾਨੀ ਦੀ ਅਵਸਥਾ ਹੈ, ਜਦੋਂ ਸਾਰੇ ਨੈਣ ਪ੍ਰਾਣ ਤੰਦਰੁਸਤ ਹਨ, ਜਦੋਂ ਮਨੁੱਖ ਪਰਮੇਸ਼ਰ ਨੂੰ ਸਿਮਰ ਸਕਦਾ ਹੈ, ਉਸ ਸਮੇਂ ਨੂੰ ਪਰਮੇਸ਼ਰ ਦੇ ਨਾਮ ਨੂੰ ਛੱਡ ਕਰਕੇ ਤੇ ਵਿਅਰਥ ਹੀ ਵਿਸ਼ਿਆਂ ਵਿਕਾਰਾਂ ਦੇ ਵਿੱਚ ਆਪਣਾ ਜੀਵਨ ਗੁਜ਼ਾਰ ਦਿੱਤਾ। ਸਤਿਗੁਰ ਪਾਤਸ਼ਾਹ ਕਹਿੰਦੇ ਜਦੋਂ ਜੋਬਨ ਹੈ, ਜਦੋਂ ਸਰੀਰ ਤੰਦਰੁਸਤ ਹੈ, ਜਦੋਂ ਬੁਢੇਪਾ ਆ ਗਿਆ, ਫਿਰ ਨੈਣ ਨਹੁ ਨੀਰ ਬਹੈ ਤਨ ਖੀਨਾ, ਭਏ ਕੇਸ ਦੁਦਵਾਨੀ, ਰੁੱਧਾ ਕੰਠ ਸ਼ਬਦ ਨਹੀਂ ਉਚਰਹਿ, ਅਬ ਕਿਆ ਕਰਹਿ ਪ੍ਰਾਨੀ। ਫਿਰ ਜਦੋਂ ਸਰੀਰ ਜਵਾਬ ਦੇ ਦਿੰਦਾ ਹੈ, ਨੈਣ ਪ੍ਰਾਣ ਜਵਾਬ ਦੇਣ ਲੱਗਦੇ ਹਨ, ਫਿਰ ਭਗਤੀ ਨਹੀਂ ਹੋ ਸਕਦੀ, ਫਿਰ ਸਿਮਰਨ ਨਹੀਂ ਹੋ ਸਕਦਾ। ਇਸ ਕਰਕੇ ਸਤਿਗੁਰ ਬਖਸ਼ਿਸ਼ ਕਰਦੇ, ਇਸ ਜੀਵ ਰੂਪ ਇਸਤਰੀ ਨੇ ਆਪਣਾ ਜੋਬਨ ਬਾਦ ਗਵਾਇਆ, ਵਿਅਰਥ ਹੀ ਗਵਾ ਲਿਆ ਹੈ। ਵਾਰ ਘਰ ਦਾਰ ਦਰਸ਼ਨ ਨਹੀਂ ਜਾਤਾ, ਪਿਰ ਕਾ ਸਹਿਜ ਨਾ ਪਾਇਆ। ਐਸੀ ਜੀਵ ਰੂਪ ਇਸਤਰੀ ਜੋ ਪਤੀ ਰੂਪ ਪਰਮੇਸ਼ਰ ਜਾਂ ਸਤਿਗੁਰ ਤੋਂ ਦੂਰ ਹੈ। ਸਤਿਗੁਰ ਕਹਿੰਦੇ ਵਰ ਘਰ ਦਰ ਦਰਸ਼ਨ ਨਹੀਂ ਜਾਤਾ। ਵਰ ਭਾਵ ਪਤੀ ਰੂਪ ਪਰਮੇਸ਼ਰ ਦਾ ਦਰ ਜੋ ਉਸ ਦਾ ਘਰ ਹੈ, ਉਸ ਨੂੰ ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਸਾਖਿਆਤ ਨਹੀਂ ਕੀਤਾ, ਦਰਸ਼ਨ ਨਹੀਂ ਜਾਤਾ, ਤੇ ਨਾ ਹੀ ਉਸ ਨੂੰ ਸਾਰੇ ਸੰਸਾਰ ਦੇ ਅੰਦਰ ਇੱਕ ਜੋਤ ਕਰਕੇ ਜਾਣਿਆ ਹੈ। ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਇਹ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜਾਂ ਸਤਿਗੁਰਾਂ ਦੀ ਬਾਣੀ ਦਾ ਫੁਰਮਾਨ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਇਸ ਪ੍ਰਕਾਰ ਉਸ ਪਤੀ ਰੂਪ ਪਰਮੇਸ਼ਵਰ ਦਾ ਦਰਸ਼ਨ ਨਹੀਂ ਜਾਤਾ, ਪਿਰ ਕਾ ਸਹਿਜ ਨਾ ਭਾਇਆ। ਸਹਿਜ ਤੋਂ ਭਾਵ ਹੈ ਸੁਭਾਓ। ਪਰਮੇਸ਼ਵਰ ਦਾ ਜੋ ਸੁਭਾਅ ਹੈ ਉਹ ਇਸ ਨੂੰ ਚੰਗਾ ਹੀ ਨਹੀਂ ਲੱਗਿਆ। ਹੁਣ ਪਰਮੇਸ਼ਵਰ ਦਾ ਇੱਕ ਸੁਭਾਅ ਹੈ, ਇੱਕ ਬਿਰਧ ਹੈ। ਪਰਮੇਸ਼ਵਰ ਦਾ ਬਿਰਧ ਕੀ ਹੈ? ਪਰਮੇਸ਼ਵਰ ਨਿਰਵੈਰ ਹੈ, ਨਿਰਲੇਪ ਹੈ, ਪਰਮੇਸ਼ਵਰ ਦਾਤਾਰ ਹੈ, ਪਰਮੇਸ਼ਵਰ ਦਾ ਕਿਸੇ ਦੇ ਨਾਲ ਵੈਰ ਨਹੀਂ ਹੈ। ਪਰ ਜੀਵ ਰੂਪ ਇਸਤਰੀ ਜੋ ਔਗਣਾਂ ਦੇ ਸਹਿਤ ਹੈ, ਉਸ ਨੂੰ ਪਰਮੇਸ਼ਵਰ ਦਾ ਸੁਭਾਅ ਚੰਗਾ ਨਹੀਂ ਲੱਗਦਾ, ਉਸ ਨੂੰ ਪਰਮਾਤਮਾ ਦਾ ਕੀਤਾ ਜੋ ਹੈ ਉਹ ਚੰਗਾ ਨਹੀਂ ਲੱਗਿਆ ਹੈ। ਸਤਿਗੁਰ ਪੂਛ ਨਾ ਮਾਰਗ ਚਾਲੀ,
ਸੂਤੀ ਰਹਿਣ ਵਿਹਾਣੀ। ਸਤਿਗੁਰਾਂ ਨੂੰ ਪੁੱਛ ਕਰਕੇ, ਗੁਰਾਂ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਜੀਵਨ ਰੂਪੀ ਮਾਰਗ ਤੇ ਨਾ ਚਾਲੀ, ਨਹੀਂ ਚੱਲ ਰਹੀ। ਜੀਵ ਰੂਪ ਇਸਤਰੀ ਸਤਿਗੁਰ ਦੀ ਸਿੱਖਿਆ ਲੈ ਕੇ ਨਹੀਂ ਚੱਲ ਰਹੀ। ਅਸੀਂ ਆਪਣੀ ਮਤ ਦੇ ਅਨੁਸਾਰ ਚੱਲਦੇ ਹਾਂ, ਪਰ ਸਤਿਗੁਰ ਕਹਿੰਦੇ ਗੁਰ ਕੀ ਮਤ ਤੂੰ ਲੇਹ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਬੜੇ ਬੜੇ ਆਲਮ ਫਾਜ਼ਲ ਇਸ ਸੰਸਾਰ ਦੇ ਅੰਦਰ ਸ਼੍ਰੇਸ਼ਟ ਮਤ ਤੋਂ ਬਿਨਾ, ਗੁਰੂ ਦੀ ਮਤ ਤੋਂ, ਸਿੱਖਿਆ ਤੋਂ ਬਿਨਾ ਜੋ ਹੈ ਉਹ ਵਿਅਰਥ ਹੀ ਆਪਣਾ ਜੀਵਨ ਗਵਾ ਗਏ। ਸਤਿਗੁਰ ਪੂਛ ਨਾ ਮਾਰਗ ਚਾਲੀ, ਸੂਤੀ ਰੈਣ ਵਿਹਾਣੀ। ਸੁੱਤੀ ਤੋਂ ਭਾਵ ਹੈ ਅਗਿਆਨਤਾ ਦੇ ਵਿੱਚ ਸੁੱਤੀ ਹੋਈ, ਰੈਣ ਭਾਵ ਵਿਕਾਰਾਂ ਦੇ ਸਹਿਤ ਜੋ ਕਾਲੀ ਬੋਲੀ ਰਾਤ ਹੈ, ਜੀਵਨ ਹੈ, ਉਹ ਵਿਹਾਣੀ ਬਤੀਤ ਹੋ ਰਹੀ ਹੈ। ਵਿਕਾਰਾਂ ਦੇ ਵਿੱਚ ਮਨੁੱਖੀ ਜੀਵਨ ਜੋ ਹੈ ਉਹ ਇਸ ਤਰ੍ਹਾਂ ਬਤੀਤ ਹੋ ਰਿਹਾ ਹੈ ਜਿਵੇਂ ਕੋਈ ਮਨੁੱਖ ਹਨੇਰੇ ਦੇ ਵਿੱਚ ਭਟਕ ਰਿਹਾ ਹੋਵੇ। ਹਨੇਰੇ ਦੇ ਵਿੱਚ ਭਟਕਣਾ, ਵਿਕਾਰਾਂ ਦੇ ਵਿੱਚ, ਅਗਿਆਨਤਾ ਦੇ ਵਿੱਚ, ਅਵਿਦਿਆ ਦੇ ਵਿੱਚ ਜੀਵਨ ਗੁਜ਼ਾਰਨਾ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਐਸੀ ਜੋ ਜੀਵ ਰੂਪ ਇਸਤਰੀ ਹੈ, ਜਿਸ ਨੂੰ ਪਰਮੇਸ਼ਵਰ ਦਾ ਸੁਭਾਅ ਚੰਗਾ ਨਹੀਂ ਲੱਗਦਾ, ਗੁਣ ਚੰਗੇ ਨਹੀਂ ਲੱਗਦੇ, ਉਹਦੀ ਜੀਵਨ ਰੂਪੀ ਰੈਣ ਜੋ ਹੈ ਉਹ ਇਸੇ ਤਰ੍ਹਾਂ ਵਿਕਾਰਾਂ ਦੇ ਸਹਿਤ ਬਤੀਤ ਹੁੰਦੀ ਹੈ। ਨਾਨਕ ਬਾਲ ਤਨ ਰਾਡੇ ਪਾ, ਬਿਨ ਪਿਰ ਧਨ ਕੁਮਲਾਣੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਨਾਨਕ ਬਾਲ ਤਨ ਰਾਡੇਪਾ। ਬਾਲ ਤਨ ਤੋਂ ਭਾਵ ਹੈ ਬਾਲ ਅਵਸਥਾ ਜਾਂ ਬਾਲ ਬੁੱਧ ਦੇ ਦੁਆਰਾ। ਰੰਡੇਪਾ ਤੇ ਰੰਡੇਪੇ ਦਾ ਇੱਕ ਦੁੱਖ ਹੋਇਆ ਕਰਦਾ ਹੈ। ਰੰਡੇਪਾ ਉਸ ਜੀਵ ਰੂਪ ਇਸਤਰੀ ਦਾ ਅਸੀਂ ਕਹਿੰਦੇ ਹਾਂ ਜਿਸ ਦਾ ਪਤੀ ਚਲਾ ਜਾਏ, ਗੁਜ਼ਰ ਜਾਏ, ਛੱਡ ਜਾਏ ਜਾਂ ਉਸ ਦੇ ਨਾਲ ਨਾ ਹੋਵੇ, ਜਿਹਦੇ ਸਿਰ ਤੇ ਪਤੀ ਦਾ ਸਾਇਆ ਨਾ ਹੋਵੇ। ਐਸੀ ਜੀਵ ਰੂਪ ਇਸਤਰੀ ਦੇ ਵਾਸਤੇ ਜਾਂ ਦੁਨਿਆਵੀ ਤੌਰ ਤੇ ਵੀ ਐਸੀ ਇਸਤਰੀ ਦੇ ਵਾਸਤੇ ਆਪਣਾ ਜੀਵਨ ਗੁਜ਼ਾਰਨਾ ਜੋ ਹੈ ਉਹ ਬਹੁਤ ਕਠਿਨ ਹੋਇਆ ਕਰਦਾ ਹੈ, ਦੁਸ਼ਕਰ ਹੋਇਆ ਕਰਦਾ ਹੈ। ਸੋ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ, ਬਾਲ ਬੁੱਧ ਦੇ ਦੁਆਰਾ ਇਹ ਜੀਵ ਰੂਪ ਇਸਤਰੀ ਜੋ ਹੈ ਉਹ ਰੰਡੇਪਾ ਭਾਵ ਵਿਛੋੜੇ ਦਾ ਦੁੱਖ ਸਹਾਰ ਰਹੀ ਹੈ। ਅੱਜ ਜੋ ਮਨੁੱਖ ਦੁਖੀ ਹੈ, ਅੱਜ ਜੋ ਮਨੁੱਖ ਚਿੰਤਾ ਦੇ ਵਿੱਚ ਹੈ, ਵਿਆਕੁਲ ਹੈ, ਈਰਖਾ ਦੇ ਵਿੱਚ ਹੈ, ਔਗਣਾਂ ਦੇ ਸਹਿਤ ਹੈ, ਇਹ ਰੰਡੇਪੇ ਦੇ ਦੁੱਖ ਦੇ ਸਮਾਨ ਹੈ। ਸੋ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ, ਬਿਨ ਪਿਰ ਧਨ ਕੁਮਲਾਣੀ। ਬਿਨਾ ਪਿਰ ਪਤੀ ਰੂਪ ਪਰਮੇਸ਼ਰ ਤੋਂ ਧਨ ਜੀਵ ਰੂਪ ਜੋ ਇਸਤਰੀ ਹੈ ਉਹ ਉਦਾਸ ਹੋਈ ਬੈਠੀ ਹੈ। ਅੱਜ ਮਨੁੱਖਤਾ ਦੇ ਵਿੱਚ ਇੱਕ ਉਦਾਸੀ ਹੈ, ਇੱਕ ਨਿਰਾਸ਼ਤਾ ਹੈ। ਅੱਜ ਹਰ ਮਨੁੱਖ ਦੇ ਹਿਰਦੇ ਵਿੱਚ ਇੱਕ ਉਦਾਸੀ ਹੈ, ਇੱਕ ਨਿਰਾਸ਼ਤਾ ਹੈ। ਉਹਦਾ ਕਾਰਨ ਕਿ ਸਾਨੂੰ ਪਤੀ ਰੂਪ ਪਰਮੇਸ਼ਰ ਜੋ ਹੈ ਉਹ ਭਾਇਆ ਨਹੀਂ ਹੈ, ਚੰਗਾ ਨਹੀਂ ਲੱਗਦਾ। ਜੇ ਅਸੀਂ ਗੁਰੂ ਦੇ ਨੇੜੇ ਹੋ ਜਾਈਏ, ਪਰਮਾਤਮਾ ਦੇ ਗੁਣਾਂ ਨੂੰ ਧਾਰਨ ਕਰ ਲਈਏ ਤੇ ਜੀਵਨ ਆਨੰਦਮਈ ਹੋ ਜਾਂਦਾ ਹੈ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜਦੋਂ ਅਸੀਂ ਸਤਿਗੁਰ ਨੂੰ ਪ੍ਰਾਪਤ ਹੁੰਦੇ ਹਾਂ ਤੇ ਜੀਵਨ ਆਨੰਦਮਈ ਹੋ ਜਾਂਦਾ ਹੈ। ਪਰ ਪਾਤਸ਼ਾਹ ਬਖਸ਼ਿਸ਼ ਕਰਦੇ, ਇਹ ਜੀਵ ਰੂਪ ਇਸਤਰੀ ਪਤੀ ਰੂਪ ਪਰਮੇਸ਼ਰ ਤੋਂ ਬਿਨਾਂ ਰੰਡੇਪੇ ਰੂਪ ਦੁੱਖ ਨੂੰ ਸਹਾਰਦੀ ਹੈ, ਕਿਉਂਕਿ ਇਸ ਨੇ ਪਤੀ ਰੂਪ ਪਰਮੇਸ਼ਰ ਦੇ ਗੁਣਾਂ ਨੂੰ ਧਾਰਨ ਨਹੀਂ ਕੀਤਾ ਹੈ। ਬਾਬਾ ਮੈਂ ਵਰ ਦੇਹ, ਮੈਂ ਹਰ ਵਰ ਭਾਵੈ, ਤਿਸ ਕੀ ਬਲਰਾਮ ਜੀਓ। ਜੀਵ ਰੂਪ ਇਸਤਰੀ ਸਤਿਗੁਰ ਦੇ ਸਨਮੁਖ ਜਿਗਿਆਸੂ ਰੂਪ ਹੋ ਕਰਕੇ ਬੇਨਤੀ ਕਰਦੀ ਹੈ। ਇਹ ਪੰਕਤੀ ਸਾਡੇ ਵਾਸਤੇ ਹੈ। ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ, ਬਾਬਾ ਮੈਂ ਵਰ ਦੇਹ, ਹੇ ਸਤਿਗੁਰ ਮੈਨੂੰ ਐਸੀ ਆਸੀਸ ਦਿਓ। ਅਸੀਂ ਸਤਿਗੁਰ ਤੋਂ ਇਹ ਆਸੀਸ ਲੈਣੀ ਹੈ, ਹੇ ਸਤਿਗੁਰ ਮੈਨੂੰ ਐਸੀ ਆਸੀਸ ਦਿਓ। ਬਾਬਾ ਮੈਂ ਵਰ ਦੇਹ, ਮੈਂ ਹਰ ਵਰ ਭਾਵੈ, ਕਿ ਮੈਨੂੰ ਵੀ ਮੇਰਾ ਪਤੀ ਰੂਪ ਜੋ ਪਰਮੇਸ਼ਰ ਹੈ ਉਹ ਭਾ ਜਾਏ। ਮੇਰੇ ਹਿਰਦੇ ਦੇ ਅੰਦਰ ਵੀ ਮੈਨੂੰ ਪਤੀ ਰੂਪ ਪਰਮੇਸ਼ਰ ਜੋ ਹੈ ਉਹ ਚੰਗਾ ਲੱਗੇ। ਤਿਸ ਕੀ ਬਲਰਾਮ ਜੀਓ, ਤੇ ਮੈਂ ਉਸ ਪਤੀ ਰੂਪ ਪਰਮੇਸ਼ਰ ਦੀ ਸੁਹਾਗਣ ਜੀਵ ਰੂਪ ਇਸਤਰੀ ਹੋ ਜਾਵਾਂ, ਗੁਰਮੁਖਤਾਈ ਦੇ ਸਹਿਤ ਹੋ ਜਾਵਾਂ। ਹੇ ਸਤਿਗੁਰ ਮੈਨੂੰ ਐਸਾ ਵਰ ਬਖਸ਼ਿਸ਼ ਦਿਓ। ਰਵ ਰਹਿਆ ਜੁਗ ਚਾਰ, ਤ੍ਰਿਭਵਨ ਬਾਣੀ, ਜਿਸ ਕੀ ਬਲਰਾਮ ਜੀਓ। ਜਿਗਿਆਸੂ ਰੂਪ ਇਸਤਰੀ ਦਾ ਗੁਰਮੁਖ ਦਾ ਅਤੇ ਸਤਿਗੁਰ ਦਾ ਸੰਵਾਦ ਹੈ। ਜਿਗਿਆਸੂ ਰੂਪ ਇਸਤਰੀ ਸਤਿਗੁਰ ਜੀ ਦੇ ਤਾਈਂ ਕਹਿ ਰਹੀ ਹੈ, ਰਵ ਰਹਿਆ ਜੁਗ ਚਾਰ। ਮੈਂ ਸੁਣਿਆ ਹੈ ਉਹ ਜੋ ਪਤੀ ਰੂਪ ਪਰਮੇਸ਼ਰ ਹੈ ਚਾਰੇ ਯੁਗਾਂ ਦੇ ਵਿੱਚ ਉਹ ਸਾਰੀ ਸ੍ਰਿਸ਼ਟੀ ਦੇ ਵਿੱਚ ਰਮਿਆ ਹੋਇਆ ਹੈ, ਰਵਿਆ ਹੋਇਆ ਹੈ। ਚਾਰੇ ਯੁਗਾਂ ਦੇ ਵਿੱਚ ਉਹਦਾ ਹੀ ਪਸਾਰਾ ਹੈ। ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ, ਤ੍ਰਿਭਵਨ ਬਾਣੀ,
ਜਿਸ ਕੀ ਬਲਰਾਮ ਜੀਓ। ਤਿੰਨਾਂ ਹੀ ਭਵਨਾਂ ਦੇ ਵਿੱਚ ਉਹਦੀ ਬਾਣੀ ਤੋਂ ਭਾਵ ਹੈ ਹੁਕਮ ਲਾਗੂ ਹੈ। ਤਿੰਨਾਂ ਹੀ ਭਵਨਾਂ ਦੇ ਵਿੱਚ ਪਰਮੇਸ਼ਵਰ ਦੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨਾ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹੈ ਨਾ ਕੋਏ। ਤ੍ਰਿਭਵਨ ਬਾਣੀ, ਤਿੰਨਾਂ ਹੀ ਭਵਨਾਂ ਦੇ ਵਿੱਚ ਉਸ ਸਤਿਗੁਰ ਦਾ ਉਪਦੇਸ਼ ਹੁਕਮ ਰੂਪ ਹੋ ਕਰਕੇ ਵਰਤ ਰਿਹਾ ਹੈ। ਤ੍ਰਿਭਵਨ ਕੰਤ ਰਵੈ ਸੁਹਾਗਣ, ਅਵਗਣਵੰਤੀ ਦੂਰੇ। ਤ੍ਰਿਭਵਨ ਕੰਤ, ਤਿੰਨਾਂ ਹੀ ਭਵਨਾਂ ਦਾ ਜੋ ਕੰਤ ਸੁਆਮੀ ਮਾਲਕ ਹੈ। ਰਵੈ ਸੁਹਾਗਣ, ਤੇ ਸੁਹਾਗਵੰਤੀ ਗੁਰਮੁਖ ਰੂਪ ਜੀਵ ਰੂਪ ਇਸਤਰੀ ਜੋ ਹੈ ਉਸ ਨੂੰ ਰਵੈ ਤੋਂ ਭਾਵ ਉਸ ਦਾ ਸੰਗ ਮਾਣਦੀ ਹੈ। ਗੁਰੂ ਉਪਦੇਸ਼ ਦੇ ਦੁਆਰਾ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ ਜਾਂ ਸੇਵਾ ਕਰਦੇ ਹਾਂ ਗੁਰੂ ਹੁਕਮ ਦੇ ਨਾਲ, ਤੇ ਅਸੀਂ ਉਸ ਪਤੀ ਰੂਪ ਪਰਮੇਸ਼ਵਰ ਨੂੰ ਆਪਣੇ ਅੰਗ ਸੰਗ ਕਰਕੇ ਮਹਿਸੂਸ ਕਰ ਸਕਦੇ ਹਾਂ। ਜਿਹੜਾ ਵੀ ਮਨੁੱਖ ਬਾਣੀ ਪੜ੍ਹਦਾ ਹੈ, ਸਿਮਰਨ ਕਰਦਾ ਹੈ, ਉਸ ਨੂੰ ਇਸ ਗੱਲ ਦਾ ਅਹਿਸਾਸ ਸੁਤੇ ਹੀ ਹੋ ਜਾਂਦਾ ਹੈ ਵੀ ਕੋਈ ਇੱਕ ਤਾਕਤ ਹੈ ਜੋ ਮੇਰੇ ਨੇੜੇ ਹੈ, ਜੋ ਮੇਰੀ ਮਨ ਦੀ ਦਸ਼ਾ ਨੂੰ ਸਮਝਦੀ ਹੈ। ਜਦੋਂ ਹੀ ਕੋਈ ਫੁਰਨਾ ਮਨ ਵਿੱਚ ਆਉਂਦਾ ਹੈ ਤੇ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਹ ਪੂਰਾ ਹੋਣ ਲੱਗਦਾ ਹੈ ਤੇ ਸਾਨੂੰ ਅਹਿਸਾਸ ਹੁੰਦਾ ਹੈ ਵੀ ਕੋਈ ਤਾਕਤ ਹੈ ਜੋ ਸਾਨੂੰ ਸਮਝਦੀ ਹੈ, ਜੋ ਸਾਡੇ ਕਾਰਜ ਸਵਾਰਦੀ ਹੈ। ਸੋ ਪਾਤਸ਼ਾਹ ਬਖਸ਼ਿਸ਼ ਕਰਦੇ, ਤ੍ਰਿਭਵਨ ਕੰਤ, ਤਿੰਨਾਂ ਹੀ ਭਵਨਾਂ ਦਾ ਮਾਲਕ ਜੋ ਕੰਤ ਪਰਮੇਸ਼ਵਰ ਹੈ। ਰਵੈ ਸੁਹਾਗਣ, ਸੁਹਾਗਣ ਉਹ ਜੀਵ ਰੂਪ ਇਸਤਰੀ ਹੈ ਜੋ ਪਤੀ ਦਾ ਸੰਗ ਮਾਣਦੀ ਹੈ। ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ, ਅਵਗਣਵੰਤੀ ਦੂਰੇ, ਤੇ ਅਵਗਣਵੰਤੀ ਦੇ ਵਾਸਤੇ ਉਹ ਦੂਰ ਹੈ ਜੋ ਔਗਣਾਂ ਦੀ ਭਰੀ ਹੋਈ ਹੈ, ਜੋ ਕਹਿੰਦੀ ਹੈ ਮੈਂ ਕਰਦੀ ਹਾਂ, ਮੈਂ ਕਰ ਸਕਦੀ ਹਾਂ, ਮੈਂ ਕੀਤਾ ਹੈ। ਜਾਂ ਜਿਸ ਮਨੁੱਖ ਨੂੰ ਇਹ ਅਭਿਮਾਨ ਹੈ ਕਿ ਮੇਰੇ ਅੰਦਰ ਚਤੁਰਾਈ ਹੈ, ਸਿਆਣਪ ਹੈ, ਮੇਰੇ ਅੰਦਰ ਚਲਾਕੀ ਹੈ, ਮਤ ਹੈ, ਸਮਝ ਹੈ, ਜੋ ਇਸ ਤਰ੍ਹਾਂ ਦੇ ਔਗਣਾਂ ਦੇ ਸਹਿਤ ਜੀਵ ਹੈ, ਉਹ ਸਤਿਗੁਰ ਪਾਤਸ਼ਾਹ ਕਹਿੰਦੇ ਉਸ ਪਰਮਾਤਮਾ ਦੀ ਸਾਖਿਆਤ ਤੋਂ ਦੂਰ ਹੀ ਰਹਿੰਦੇ ਹਨ। ਜੈਸੀ ਆਸਾ ਤੈਸੀ ਮਨਸਾ, ਪੂਰ ਰਹਿਆ ਭਰ ਪੂਰੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਬਖਸ਼ਿਸ਼ ਕਰਦੇ, ਜੈਸੀ ਆਸਾ ਤੈਸੀ ਮਨਸਾ, ਜਿਹੋ ਜਿਹੀ ਇੱਛਾ ਧਾਰਨ ਕਰਕੇ ਅਸੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਆਉਂਦੇ ਹਾਂ, ਪਰਮਾਤਮਾ ਗੁਰੂ ਸਾਡੀ ਉਹ ਇੱਛਾ ਪੂਰੀ ਕਰ ਦਿੰਦਾ ਹੈ। ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ, ਪੂਰ ਰਹਿਆ ਭਰ ਪੂਰੇ। ਉਹ ਪਰਮਾਤਮਾ ਪਰਿਪੂਰਨ ਹੈ, ਹਰ ਇੱਕ ਜੀਵ ਦੇ ਵਿੱਚ ਪਰਿਪੂਰਨ ਹੈ। ਸਾਰਿਆਂ ਦੇ ਵਿੱਚ ਇੱਕ ਪਰਮੇਸ਼ਵਰ ਦੀ ਜੋਤ ਹੈ। ਜਿਮੀ ਜਮਾਨ ਕੇ ਬਿਖੈ, ਸਮਸਤ ਏਕ ਜੋਤ ਹੈ। ਨਾ ਘਾਟ ਹੈ, ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਹਨ। ਸਤਿਗੁਰ ਪਾਤਸ਼ਾਹ ਕਹਿੰਦੇ ਸਾਰਿਆਂ ਦੇ ਵਿੱਚ ਉਸ ਪਰਮੇਸ਼ਵਰ ਦੀ ਜੋਤ ਪਰਿਪੂਰਨ ਹੈ, ਇੱਕ ਸਮਾਨ ਹੈ। ਸੋ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਜੈਸੀ ਆਸਾ ਤੈਸੀ ਮਨਸਾ, ਭਾਵ ਜਿਹੋ ਜੀ ਜਿਸ ਮਨੁੱਖ ਦੀ ਇੱਛਾ ਹੁੰਦੀ ਹੈ, ਜਿਹੋ ਜੀ ਇੱਛਾ ਧਾਰ ਕੇ ਕੋਈ ਵੀ ਮਨੁੱਖ ਇਸ ਮਾਰਗ ਤੇ ਚੱਲ ਰਿਹਾ ਹੈ। ਕਿਉਂਕਿ ਪਰਮਾਤਮਾ ਦੋਹਾਂ ਸਿਰਿਆਂ ਕਾ ਆਪ ਸੁਆਮੀ, ਪਰਮੇਸ਼ਵਰ ਦੋਹਾਂ ਸਿਰਿਆਂ ਦਾ ਸੁਆਮੀ ਮਾਲਕ ਆਪ ਹੈ। ਕੋਈ ਚੰਗੀ ਇੱਛਾ ਧਾਰਨ ਕਰਕੇ ਆਵੇ, ਕੋਈ ਮਾੜੀ ਇੱਛਾ ਧਾਰਨ ਕਰਕੇ ਆਵੇ, ਪਰਮੇਸ਼ਵਰ ਉਹਦੀ ਇੱਛਾ ਪੂਰਨ ਕਰ ਦਿੰਦਾ ਹੈ। ਪਰਮੇਸ਼ਵਰ ਨਹੀਂ ਕਹਿੰਦਾ ਵੀ ਤੂੰ ਇੱਛਾ ਤੇਰੀ ਚੰਗੀ ਹੈ ਜਾਂ ਮਾੜੀ ਹੈ, ਪਰਮੇਸ਼ਵਰ ਉਹਦੀ ਉਹ ਇੱਛਾ ਪੂਰਨ ਕਰ ਦਿੰਦਾ ਹੈ। ਲੇਕਿਨ ਗੁਰੂ ਸਾਨੂੰ ਸਮਝਾਉਂਦੇ ਹਨ ਕਿ ਤੇਰੀ ਇਹ ਜੋ ਇੱਛਾ ਹੈ ਇਹ ਮਾੜੀ ਹੈ ਤੇ ਇਹਦਾ ਤੈਨੂੰ ਮਾੜਾ ਫਲ ਪ੍ਰਾਪਤ ਹੋਵੇਗਾ। ਜੇ ਤੂੰ ਕੰਡੇ ਬੀਜੇਗਾ ਤੇ ਕੁਦਰਤ ਨੇ ਨਹੀਂ ਕਹਿਣਾ ਵੀ ਤੂੰ ਕੰਡੇ ਨਾ ਬੀਜ ਜਾਂ ਕੰਡਿਆਂ ਨੂੰ ਉਸਨੇ ਫੁੱਲਾਂ ਦੇ ਵਿੱਚ ਬਦਲ ਦੇਣਾ ਹੈ, ਐਸਾ ਨਹੀਂ ਹੈ। ਕੁਦਰਤ ਐਸਾ ਨਹੀਂ ਕਰਦੀ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਇਸੇ ਤਰ੍ਹਾਂ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ, ਇਹ ਮਨੁੱਖ ਦੇ ਹੱਥ ਵਿੱਚ ਹੈ ਵੀ ਉਹ ਚੰਗੀ ਸੋਚ ਰੱਖੇ, ਚੰਗੇ ਵਿਚਾਰ ਮਨ ਵਿੱਚ ਰੱਖੇ, ਜੀਵਨ ਵਿੱਚ ਚੰਗੇ ਕਰਮ ਕਰੇ। ਨਹੀਂ ਤੇ ਫਿਰ ਉਹਦਾ ਜੀਵਨ ਜੋ ਹੈ ਉਹ ਬੁਰਾਈ ਦੇ ਵੱਲ ਨੂੰ ਚਲਾ ਜਾਂਦਾ ਹੈ ਤੇ ਬੁਰੇ ਕੰਮ ਦਾ ਨਤੀਜਾ ਜੋ ਹੈ ਉਹ ਬੁਰਾ ਹੀ ਹੋਇਆ ਕਰਦਾ ਹੈ। ਇਸ ਕਰਕੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ, ਮਨੁੱਖ ਜੀਵ ਰੂਪ ਇਸਤਰੀ ਹਮੇਸ਼ਾ ਆਪਣੇ ਮਨ ਅੰਦਰ ਸ਼ੁਭ ਗੁਣਾਂ ਨੂੰ ਧਾਰਨ ਕਰੇ। ਪਰਮੇਸ਼ਵਰ ਹਰ ਜਗ੍ਹਾ ਪਰਿਪੂਰਨ ਹੈ। ਹਰਿ ਕੀ ਨਾਰ ਸੋ ਸਰਬ ਸੁਹਾਗਣ,
ਰਾਂਡ ਨਾ ਮੈਲੈ ਵੇਸੇ। ਹਰ ਕੀ ਨਾਰ, ਹਰੀ ਹਰ ਪਰਮੇਸ਼ਵਰ ਦੀ ਨਾਰ ਜੋ ਜੀਵ ਰੂਪ ਇਸਤਰੀ, ਜੋ ਜਿਗਿਆਸੂ ਜਨ ਹੈ, ਸਰਬ ਸੁਹਾਗਣ, ਉਹ ਸਦਾ ਹੀ ਸੁਹਾਗਵੰਤੀ ਦੇ ਸਹਿਤ ਹੋ ਕਰਕੇ ਆਪਣਾ ਜੀਵਨ ਬਤੀਤ ਕਰਦੀ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਸਮਝਾ ਰਹੇ ਹਨ, ਹੇ ਭਾਈ, ਜੋ ਜੀਵ, ਜੋ ਮਨੁੱਖ ਪਰਮੇਸ਼ਰ ਰੂਪੀ ਪਤੀ ਦੇ ਸੰਗ ਲੱਗ ਗਿਆ, ਜਿਸ ਨੂੰ ਪਤੀ ਰੂਪ ਪਰਮੇਸ਼ਰ ਦਾ ਸੰਗ ਪ੍ਰਾਪਤ ਹੋ ਗਿਆ, ਉਹਦਾ ਲੋਕ ਵੀ ਸੁਖੀਆ ਤੇ ਉਹਦਾ ਪਰਲੋਕ ਵੀ ਸੁਖੀਆ। ਉਹ ਇੱਥੇ ਵੀ ਸੁਹਾਗਣ ਤੇ ਉਹ ਦਰਗਾਹ ਦੇ ਵਿੱਚ ਵੀ ਮਾਣ ਦੇ ਆਦਰ ਦੇ ਸਹਿਤ ਹੁੰਦੀ ਹੈ। ਰੇ ਰੇ ਦਰਗਹਿ ਕਹੈ ਨਾ ਕੋਊ, ਆਓ ਬੈਠ ਆਦਰ ਸੁਭ ਦੇਉ। ਪਰਮੇਸ਼ਵਰ ਦੇ ਪਿਆਰਿਆਂ ਨੂੰ ਸੰਸਾਰ ਦੇ ਵਿੱਚ ਵੀ ਆਦਰ ਤੇ ਦਰਗਾਹ ਦੇ ਵਿੱਚ ਵੀ ਆਦਰ ਮਿਲਦਾ ਹੈ। ਸੋ ਪਾਤਸ਼ਾਹ ਸਮਝਾਉਂਦੇ, ਭਾਈ, ਹਰ ਕੀ ਨਾਰ ਸੋ ਸਰਬ ਸੁਹਾਗਣ, ਰਾਂਡ ਨਾ ਮੈਲੇ ਵੇਸੇ। ਤੇ ਉਹ ਕਦੇ ਵੀ ਰੰਡੇਪਾ ਨਹੀਂ ਝੱਲਦੀ, ਭਾਵ ਉਹ ਕਦੇ ਵਿਧਵਾ ਨਹੀਂ ਹੁੰਦੀ। ਉਹਦਾ ਪਤੀ ਕਦੇ ਉਸ ਨੂੰ ਛੱਡ ਕੇ ਨਹੀਂ ਜਾਏਗਾ। ਨਾ ਮੈਲੇ ਵੇਸੇ, ਤੇ ਨਾ ਹੀ ਉਹਦਾ ਵੇਸ, ਉਹਦਾ ਆਚਰਣ ਮੈਲਾ ਹੋ ਸਕਦਾ ਹੈ। ਜਿਸ ਜੀਵ ਰੂਪ ਇਸਤਰੀ ਨੂੰ ਪਤੀ ਰੂਪ ਪਰਮੇਸ਼ਵਰ ਦਾ ਸੰਗ ਪ੍ਰਾਪਤ ਹੈ, ਉਹਦਾ ਆਚਰਣ, ਉਹਦਾ ਜੀਵਨ ਕਰਮ ਕਦੇ ਮੈਲਾ ਨਹੀਂ ਹੁੰਦਾ ਹੈ। ਨਾਨਕ ਮੈਂ ਵਰ ਸਾਚਾ ਭਾਵੈ, ਜੁਗ ਜੁਗ ਪ੍ਰੀਤਮ ਤੈਸੇ। ਜਦੋਂ ਇਸ ਪ੍ਰਕਾਰ ਸਤਿਗੁਰੂ ਜਿਗਿਆਸੂ ਰੂਪ ਜੀਵ ਰੂਪ ਇਸਤਰੀ ਨੂੰ ਪਰਮੇਸ਼ਵਰ ਦੇ ਗੁਣਾਂ ਤੋਂ ਵਾਕਿਫ ਕਰਵਾਉਂਦੇ ਹਨ, ਤਾਂ ਫਿਰ ਅੱਗੋਂ ਜੀਵ ਰੂਪ ਜੋ ਜਿਗਿਆਸੂ ਇਸਤਰੀ ਹੈ, ਉਹਦਾ ਕਥਨ ਕਰਦੇ ਹੋਏ ਸਤਿਗੁਰ ਬਖਸ਼ਿਸ਼ ਕਰਦੇ, ਨਾਨਕ ਮੈਂ ਵਰ ਸਾਚਾ ਭਾਵੈ। ਭਾਵ ਜੀਵ ਰੂਪ ਇਸਤਰੀ ਦੇ ਹਿਰਦੇ ਦੇ ਅੰਦਰ ਵੀ ਤਾਂਗ ਇੱਛਾ ਜੋ ਹੈ ਉਹ ਜਾਗਰਤ ਹੋਈ ਹੈ ਗੁਰੂ ਦੇ ਦੁਆਰਾ। ਜਦੋਂ ਸਤਿਗੁਰ ਸਾਨੂੰ ਪਰਮੇਸ਼ਵਰ ਦੇ ਬਚਨਾਂ ਤੋਂ ਅਵਗਤ ਕਰਵਾਉਂਦੇ ਹਨ, ਪਰਮੇਸ਼ਵਰ ਦੇ ਸੁਭਾਅ ਤੋਂ ਸਾਨੂੰ ਅਵਗਤ ਕਰਵਾਉਂਦੇ ਹਨ, ਤੇ ਸਾਡੇ ਮਨ ਦੇ ਵਿੱਚ ਵੀ ਲਾਲਸਾ ਹੁੰਦੀ ਹੈ, ਇੱਛਾ ਹੁੰਦੀ ਹੈ, ਸਾਡੇ ਮਨ ਦੇ ਵਿੱਚ ਵੀ ਇਹ ਤਾਂਗ ਹੁੰਦੀ ਹੈ ਵੀ ਐਸਾ ਜੋ ਪਰਮੇਸ਼ਵਰ ਹੈ, ਅਸੀਂ ਵੀ ਉਸ ਨੂੰ ਪ੍ਰਾਪਤ ਕਰ ਲਈਏ, ਅਸੀਂ ਵੀ ਉਸ ਦਾ ਸੰਗ ਮਾਣ ਲਈਏ। ਸੋ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ, ਮੈਂ ਵਰ ਸਾਚਾ ਭਾਵੈ। ਮੈਨੂੰ ਵੀ ਉਹ ਸੱਚਾ ਪਰਮੇਸ਼ਰ ਰੂਪ ਪਤੀ ਜੋ ਹੈ ਭਾਉਂਦਾ ਹੈ, ਚੰਗਾ ਲੱਗਿਆ ਹੈ। ਜੁਗ ਜੁਗ ਪ੍ਰੀਤਮ ਤੈਸੇ, ਜੁਗਾਂ ਜੁਗਾਂ ਤੋਂ ਜੋ ਪਰਮੇਸ਼ਰ ਹੈ, ਤੈਸੇ ਤੋਂ ਭਾਵ ਉਹੋ ਜਿਹਾ ਹੀ ਹੈ। ਉਹ ਜਿਹੋ ਜਿਹਾ ਸਤਜੁਗ ਵਿੱਚ ਸੀ, ਉਹੋ ਜਿਹਾ ਦੁਆਪਰ ਵਿੱਚ ਸੀ, ਉਹੋ ਜਿਹਾ ਤ੍ਰੇਤੇ ਦੇ ਵਿੱਚ ਸੀ, ਤੇ ਉਹੋ ਜਿਹਾ ਹੀ ਕਲਯੁਗ ਦੇ ਵਿੱਚ ਹੈ। ਉਹਦੇ ਵਿੱਚ ਰੰਚਕ ਮਾਤਰ ਵੀ ਜੋ ਹੈ ਉਹ ਬਦਲਾਵ ਨਹੀਂ ਆਉਂਦਾ, ਉਹ ਬਦਲਦਾ ਨਹੀਂ ਹੈ, ਉਹਦਾ ਸੁਭਾਵ ਨਹੀਂ ਬਦਲਦਾ, ਉਹਦਾ ਟਿਕਾਣਾ ਨਹੀਂ ਬਦਲਦਾ, ਉਹਦੀ ਦਾਤ ਨਹੀਂ ਬਦਲਦੀ, ਉਹਦੀ ਬਖਸ਼ਿਸ਼ ਨਹੀਂ ਬਦਲਦੀ। ਉਹ ਜੁਗ ਜੁਗ ਤੈਸੇ, ਹਰ ਯੁਗ ਦੇ ਵਿੱਚ ਉਹ ਪਰਮੇਸ਼ਵਰ ਇੱਕੋ ਜਿਹਾ ਹੈ। ਬਾਬਾ ਲਗਨ ਗਣਾਏ, ਹੰ ਭੀ ਵਈਆਂ, ਸਾਹੁਰੈ ਬਲ ਰਾਮ ਜੀਓ। ਜੀਵ ਰੂਪ ਇਸਤਰੀ ਜਿਗਿਆਸੂ ਜੋ ਹੈ ਉਹ ਸਤਿਗੁਰ ਦੇ ਸਨਮੁਖ ਅਰਦਾਸ ਕਰਦਾ ਹੈ, ਬੇਨਤੀ ਕਰਦਾ ਹੈ, ਬਾਬਾ ਲਗਨ ਗਨਾਏ, ਮੇਰਾ ਵੀ ਲਗਨ ਤੋਂ ਭਾਵ ਜੋ ਲਗਨ ਹੈ, ਸੰਯੋਗ ਹੈ, ਉਹ ਗਣਾਏ ਤੋਂ ਭਾਵ ਬੰਨਣਾ ਕਰੋ, ਭਾਵ ਮੈਨੂੰ ਵੀ ਉਹ ਅਵਸਰ ਪ੍ਰਾਪਤ ਹੋ ਜਾਏ। ਹੰ ਭੀ ਵਈਆਂ, ਸਾਹੁਰ ਹੈ ਕਿ ਮੈਂ ਵੀ ਉਸ ਪਤੀ ਦੇ ਦੇਸ਼ ਪਰਮੇਸ਼ਵਰ ਦੇ ਦਰ ਤੇ ਜਾ ਸਕਾਂ, ਮੇਰੀ ਵੀ ਗਮਤਾ ਪਰਮੇਸ਼ਵਰ ਤੱਕ ਹੋ ਜਾਵੇ। ਹੇ ਬਾਬਾ ਰੂਪ ਸਤਿਗੁਰੂ, ਮੇਰੇ ਤੇ ਵੀ ਉਹ ਬਖਸ਼ਿਸ਼ ਕਰੋ ਕਿ ਮੇਰੇ ਜੀਵਨ ਦੇ ਵਿੱਚ ਹੀ ਉਹ ਲਗਨ ਦਾ ਸਮਾਂ ਆਵੇ। ਜਿਵੇਂ ਹਰ ਇੱਕ ਜੀਵ ਰੂਪ ਇਸਤਰੀ ਨੂੰ ਇਹ ਇੱਛਾ ਹੁੰਦੀ ਹੈ ਕਿ ਇੱਕ ਦਿਨ ਮੇਰਾ ਵੀ ਵਰ ਜੋ ਹੈ ਉਹ ਮੈਨੂੰ ਵਰਣ ਦੇ ਵਾਸਤੇ, ਮੇਰਾ ਲਾੜਾ ਜੋ ਹੈ ਮੈਨੂੰ ਲੈਣ ਦੇ ਵਾਸਤੇ, ਮੇਰਾ ਪਤੀ ਜੋ ਹੈ ਉਹ ਮੈਨੂੰ ਵਰਣ ਦੇ ਵਾਸਤੇ ਆਵੇ। ਇਸੇ ਤਰ੍ਹਾਂ ਜੀਵ ਰੂਪ ਜਿਗਿਆਸੂ ਇਸਤਰੀ ਜੋ ਮਨ ਹੈ ਉਹ ਸਤਿਗੁਰ ਦੇ ਸਨਮੁਖ ਅਰਦਾਸ ਕਰੇ ਕਿ ਹੇ ਸਤਿਗੁਰ ਕਿਰਪਾ ਕਰੋ, ਬਖਸ਼ਿਸ਼ ਕਰੋ, ਲਗਨ ਗਣਾਏ, ਮੇਰਾ ਵੀ ਸਾਹਾ ਨੀਅਤ ਹੋਵੇ ਕਿ ਮੈਂ ਵੀ ਉਸ ਪਰਮੇਸ਼ਵਰ ਦੇ ਦਰ ਤੇ ਪਹੁੰਚ ਸਕਾਂ। ਬਲਰਾਮ ਜੀਓ, ਹੇ ਰਾਮ ਰਮੇ ਹੋਏ ਪਰਮੇਸ਼ਵਰ, ਸਾਰਿਆਂ ਨੂੰ ਜੀ ਦਾਨ ਦੇਣ ਵਾਲੇ, ਮੈਂ ਤੇਰੇ ਤੋਂ ਬਲਿਹਾਰ ਜਾਵਾਂ। ਸਾਹਾ ਹੁਕਮ ਰਜਾਏ, ਸੋ ਨਾ ਟਲੈ, ਜੋ ਪ੍ਰਭ ਕਰੈ ਬਲਰਾਮ ਜੀਓ। ਇਸ ਪੰਕਤੀ ਦੇ ਦੁਆਰਾ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰ ਰਹੇ ਹਨ। ਪਹਿਲੀ ਪੰਕਤੀ ਜਿਗਿਆਸੂ ਦੇ ਵੱਲੋਂ ਹੈ। ਹੁਣ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਵੀ ਜਿਸ ਲਗਨ ਦੀ ਤੂੰ ਗੱਲ ਕਰਦੀ ਹੈ,
ਜਿਸ ਅਵਸਰ ਦੀ ਤੂੰ ਗੱਲ ਕਰਦੀ ਹੈ ਜਾਂ ਗੱਲ ਕਰਦਾ ਹੈ ਉਹ ਅਵਸਰ ਪ੍ਰਾਪਤ ਕਿਵੇਂ ਹੋਵੇ। ਸਾਹਾ ਸੰਬਤ ਸਾਹਾ ਲਿਖਿਆ, ਉਹ ਜੋ ਲਿਖਿਆ ਹੋਇਆ ਸਾਹਾ ਹੈ ਉਹ ਕਿਵੇਂ ਪ੍ਰਾਪਤ ਹੋਵੇ। ਸਤਿਗੁਰ ਕਹਿੰਦੇ ਸਾਹਾ ਹੁਕਮ ਰਜ਼ਾਏ, ਹੁਕਮ ਰਜ਼ਾਏ, ਉਹਦੀ ਹੁਕਮ ਰੂਪ ਰਜ਼ਾ ਦੇ ਵਿੱਚ ਚੱਲਣਾ ਹੀ ਉਸ ਅਵਸਰ ਦੀ ਪ੍ਰਾਪਤੀ ਦਾ ਸਾਧਨ ਹੈ। ਜੋ ਪਰਮੇਸ਼ਵਰ ਦਾ ਹੁਕਮ ਹੈ, ਉਸ ਦੀ ਰਜ਼ਾ ਹੈ, ਉਸ ਨੂੰ ਸੱਤ ਕਰਕੇ ਮੰਨਣਾ, ਉਹਦੇ ਉਪਦੇਸ਼ ਦੇ ਅਨੁਸਾਰ ਆਪਣੇ ਜੀਵਨ ਦਾ ਅਨੁਸਰਣ ਕਰਨਾ। ਸਤਿਗੁਰ ਕਹਿੰਦੇ ਸਾਹਾ ਹੁਕਮ ਰਜ਼ਾਏ ਸੋ ਨਾ ਟਲੈ, ਉਹ ਟਲ ਨਹੀਂ ਸਕਦਾ। ਜੋ ਸਾਹਾ ਪਰਮੇਸ਼ਵਰ ਨੇ ਬੰਨ੍ਹ ਦਿੱਤਾ ਹੈ ਉਹ ਤੇ ਆ ਹੀ ਜਾਣਾ ਹੈ। ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ ਉਹ ਟਲੇਗਾ ਨਹੀਂ, ਉਹ ਤੇ ਆ ਹੀ ਰਿਹਾ ਹੈ, ਉਹ ਤੇ ਸਮਾਂ ਨਜ਼ਦੀਕ ਆ ਰਿਹਾ ਹੈ। ਪਰ ਇਸ ਤੋਂ ਪਹਿਲਾਂ ਵੀ ਉਹ ਅਵਸਰ ਨਜ਼ਦੀਕ ਆਵੇ, ਸਿਰ ਤੇ ਆ ਜਾਵੇ, ਉਹਦੇ ਵਾਸਤੇ ਉਹਦੇ ਹੁਕਮ ਦੇ ਵਿੱਚ ਚੱਲਣਾ, ਉਹਦੀ ਰਜ਼ਾ ਦੇ ਵਿੱਚ ਰਹਿਣਾ। ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ ਸੋ ਨਾ ਟਲੈ ਜੋ ਪ੍ਰਭ ਕਰੈ, ਜੋ ਪਰਮੇਸ਼ਵਰ ਨੇ ਕਰ ਦਿੱਤਾ ਹੈ, ਜੋ ਲੇਖ ਸਾਡੇ ਮਸਤਕ ਤੇ ਲਿਖ ਦਿੱਤਾ ਹੈ ਉਹਨੂੰ ਕੋਈ ਮੇਟ ਨਹੀਂ ਸਕਦਾ। ਹੇ ਰਮੇ ਹੋਏ ਰਾਮ ਪਰਮੇਸ਼ਰ ਮੈਂ ਤੇਥੋਂ ਬਲਿਹਾਰ ਜਾਵਾਂ। ਕਿਰਤ ਪਿਆ ਕਰਤੈ ਕਰ ਪਾਇਆ, ਮੀਟ ਨ ਸਕੈ ਕੋਈ। ਸਤਿਗੁਰ ਪਾਤਸ਼ਾਹ ਸਮਝਾਉਂਦੇ ਹਨ, ਹੇ ਜੀਵ ਰੂਪ ਇਸਤਰੀ, ਹੇ ਗੁਰਮੁਖ ਜਨੋ, ਹੇ ਪਿਆਰਿਓ, ਕਿਰਤ ਪਿਆ ਕਰਤੈ ਕਰ ਪਾਇਆ। ਕਿਰਤ ਜੋ ਪੁਰਬਲੇ ਕੀਤੇ ਹੋਏ ਕਰਮਾਂ ਦਾ ਫਲ ਹੈ ਉਹ ਪਰਮਾਤਮਾ ਨੇ ਸਾਡੀ ਝੋਲੀ ਦੇ ਵਿੱਚ ਪਾ ਦਿੱਤਾ ਹੈ। ਜੋ ਅਸੀਂ ਇਸ ਜੀਵਨ ਦੇ ਵਿੱਚ ਜੀਵਨ ਭੋਗ ਰਹੇ ਹਾਂ, ਦੁੱਖ ਸੁੱਖ ਭੋਗ ਰਹੇ ਹਾਂ, ਉਹ ਸਾਡਾ ਆਪਣਾ ਕੀਤਾ ਹੋਇਆ ਪੁਰਬਲਾ ਕਰਮ ਹੈ। ਆਪਣੇ ਕੀਤੇ ਹੋਏ ਪੁਰਬਲੇ ਕਰਮਾਂ ਦੇ ਕਰਕੇ ਹੀ ਸਤਿਗੁਰ ਕਹਿੰਦੇ ਕਿਰਤ ਪਿਆ ਕਰਤੈ ਕਰ ਪਾਇਆ, ਮੇਟ ਨਾ ਸਕੈ ਕੋਈ, ਤੇ ਉਸ ਨੂੰ ਕੋਈ ਦੂਸਰਾ ਮੇਟ ਨਹੀਂ ਸਕਦਾ। ਜੋ ਪ੍ਰਮਾਤਮਾ ਨੇ ਕਰ ਦਿੱਤਾ, ਕਿਸੇ ਦੀ ਤਾਕਤ ਨਹੀਂ ਹੈ ਕਿ ਪਰਮੇਸ਼ਵਰ ਦੇ ਕੀਤੇ ਹੋਏ ਨੂੰ ਮੇਟ ਸਕੇ। ਪਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਵਡਿਆਈ ਹੈ, ਸੋਭਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਰਮਾਤਮਾ ਨੇ ਇਹ ਕਿਰਪਾ ਬਖਸ਼ਿਸ਼ ਦਿੱਤੀ ਹੈ ਕਿ ਪਰਮਾਤਮਾ ਦੇ ਲਿਖੇ ਨੂੰ ਗੁਰੂ ਨਾਨਕ ਸਾਹਿਬ ਬਦਲ ਦਿੰਦੇ ਹਨ। ਗੁਰੂ ਨਾਨਕ ਸਾਹਿਬ ਉਹਨੂੰ ਬਦਲ ਸਕਦੇ ਹਨ। ਇਹ ਗੁਰੂ ਨਾਨਕ ਸਾਹਿਬ ਜੀ ਦੇ ਦਰ ਦੀ ਬਖਸ਼ਿਸ਼ ਹੈ। ਜਾਂ ਪਰਮਾਤਮਾ ਦੇ ਜੋ ਭਗਤ ਪਰਮੇਸ਼ਰ ਪਿਆਰੇ ਹੁੰਦੇ ਹਨ ਉਹ ਪਰਮਾਤਮਾ ਦੇ ਲੇਖ ਬਦਲ ਦਿਆ ਕਰਦੇ ਹਨ। ਜਾਨੀ ਨਾਉ ਨਰਹਿ ਨਿਹ ਕੇਵਲ, ਰਵ ਰਹਿਆ ਤਿਹੁ ਲੋਈ। ਗਿਆਨੀ ਤੋਂ ਭਾਵ ਹੈ ਜੋ ਲਾੜਾ ਹੈ। ਨਾਉ ਨਰਹਿ ਨਿਹ ਕੇਵਲ, ਜਿਹਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ, ਜੋ ਸਾਰਿਆਂ ਤੋਂ ਨਿਹ ਕੇਵਲ ਤੋਂ ਭਾਵ ਨਿਰਲੇਪ ਹੈ। ਰਵ ਰਹਿਆ ਤਿਹੁ ਲੋਈ, ਉਹ ਲਾੜਾ ਕੈਸਾ ਹੈ। ਜੀਵ ਰੂਪ ਜਗਿਆਸੂ ਇਸਤਰੀ ਨੂੰ ਸਤਿਗੁਰ ਪਾਤਸ਼ਾਹ ਸਮਝਾਉਂਦੇ ਹਨ, ਜਿਵੇਂ ਸਖੀਆਂ ਦੱਸਦੀਆਂ ਹਨ ਨਾ, ਬਰਾਤ ਦੇਖ ਕੇ ਬਰਾਤ ਆਉਂਦੀ ਹੋਵੇ ਨਾ, ਤੇ ਸਖੀਆਂ ਆਪਣੀ ਜੋ ਸਹੇਲੀ ਨੂੰ ਦੱਸਦੀਆਂ ਹਨ ਵੀ ਤੇਰਾ ਜੰਝ ਐਸੀ ਹੈ, ਤੇਰਾ ਜਾਨੀ ਲਾੜਾ ਇਸ ਤਰ੍ਹਾਂ ਦਾ ਲੱਗ ਰਿਹਾ ਹੈ। ਸੋ ਇੱਥੇ ਵੀ ਸਤਿਗੁਰ ਪਾਤਸ਼ਾਹ ਜੀ ਉਸੇ ਅਲੰਕਾਰ ਦੇ ਰੂਪ ਅੰਦਰ ਸਮਝਾਉਂਦੇ ਹੋਏ ਬਖਸ਼ਿਸ਼ ਕਰਦੇ ਹਨ। ਜਾਨੀ ਉਹ ਜੋ ਲਾੜਾ ਹੈ, ਨਾਉ ਜਿਸ ਦਾ ਨਾਮ ਵੱਡਾ ਹੈ, ਨਰ ਹੈ ਨਿਹ ਕੇਵਲ, ਜੋ ਸਾਰਿਆਂ ਨਰ ਹੈ, ਜੋ ਜੀਵ ਹਨ ਉਹਨਾਂ ਤੋਂ ਨਿਹ ਕੇਵਲ ਨਿਰਲੇਪ ਹੈ, ਭਾਵ ਸਭ ਤੋਂ ਸੁੰਦਰ ਹੈ, ਸਭ ਤੋਂ ਉੱਚਾ ਹੈ। ਰਵ ਰਹਿਆ ਤਿਹ ਲੋਈ, ਉਹ ਤਿੰਨਾਂ ਲੋਕਾਂ ਦੇ ਵਿੱਚ ਰਵਿਆ ਹੋਇਆ ਹੈ, ਸਮਾਇਆ ਹੋਇਆ ਹੈ। ਮਾਏ ਨਿਰਾਸੀ ਰੋਏ ਵਿਸ਼ੁਨੀ, ਬਾਲੀ ਬਾਲੈ ਹੇਤੇ। ਫਿਰ ਸਤਿਗੁਰ ਪਾਤਸ਼ਾਹ ਅੱਗੇ ਸਮਝਾਉਂਦੇ ਹਨ, ਮਾਏ ਨਿਰਾਸੀ, ਜਦੋਂ ਲਾੜਾ ਆਪਣੀ ਪਤਨੀ ਨੂੰ ਜੀਵ ਰੂਪ ਇਸਤਰੀ ਨੂੰ ਵਿਆਹ ਕੇ ਲੈ ਜਾਂਦਾ ਹੈ ਤੇ ਮਾਤਾ ਜਦੋਂ ਫਿਰ ਆਪਣੀ ਬੱਚੀ ਦਾ ਪੁੱਤਰੀ ਦਾ ਜੋ ਡੋਲਾ ਤੋੜ ਕੇ ਤੇ ਫਿਰ ਉਦਾਸ ਹੋ ਜਾਂਦੀ ਹੈ। ਇੱਥੇ ਸਤਿਗੁਰ ਨੇ ਇਹ ਦ੍ਰਿਸ਼ਟਾਂਤ ਦਿੱਤਾ ਹੈ, ਜਿਵੇਂ ਇੱਕ ਮਾਤਾ ਆਪਣੀ ਪੁੱਤਰੀ ਦੀ ਡੋਲੀ ਤੋੜ ਕੇ ਨਿਰਾਸ਼ ਹੁੰਦੀ ਹੈ, ਇਸੇ ਤਰ੍ਹਾਂ ਜਦੋਂ ਇੱਕ ਜੀਵ ਰੂਪ ਜਗਿਆਸੂ ਇਸਤਰੀ ਨੂੰ ਪਤੀ ਰੂਪ ਪਰਮੇਸ਼ਵਰ ਪ੍ਰਾਪਤ ਹੋ ਜਾਂਦਾ ਹੈ ਤੇ ਫਿਰ ਉਹ ਜੋ ਮਾਇਆ ਹੈ ਜਿਸ ਨੇ ਇਸ ਨੂੰ ਭਰਮਾਇਆ ਹੋਇਆ ਸੀ, ਜਿਸ ਨੇ ਇਸ ਨੂੰ ਜੀਵਨ ਦੇ ਵਿੱਚ ਕੁਰਾਹੇ ਪਾਇਆ ਹੋਇਆ ਸੀ, ਉਹ ਮਾਇਆ ਫਿਰ ਉਦਾਸ ਹੋ ਜਾਂਦੀ ਹੈ, ਉਹ ਮਾਇਆ ਫਿਰ ਨਿਰਾਸ਼ ਹੋ ਜਾਂਦੀ ਹੈ। ਮਾਏ ਨਿਰਾਸੀ ਰੋਏ ਵਿਛੁੰਨੀ, ਬਾਲੀ ਬਾਲੈ ਹੇਤੇ। ਹੁਣ ਜੋ ਬਾਲੜੀ ਹੈ ਉਹਦਾ ਬਾਲ ਆਪਣੇ ਪਤੀ ਰੂਪ ਪਰਮੇਸ਼ਵਰ ਦੇ ਨਾਲ ਹੇਤ ਪ੍ਰੇਮ ਪੈ ਗਿਆ ਹੈ, ਹੁਣ ਉਹ ਮਾਇਆ ਤੋਂ ਨਿਰਲੇਪ ਹੋ ਗਈ ਹੈ। ਜਿਵੇਂ ਭਗਤ ਕਬੀਰ ਸਾਹਿਬ ਕਹਿੰਦੇ ਹਨ ਨਾ, ਕਬੀਰ ਆਈ ਮੁਝੇ ਪੈ ਅਨਕ ਕਰੇ ਕਰ ਭੇਸ।
ਉਨ ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ। ਭਾਵ ਹੁਣ ਮਾਇਆ ਜੋ ਹੈ ਉਹ ਨਿਰਾਸ਼ ਹੋ ਗਈ ਕਿ ਹੁਣ ਇਹ ਮੇਰੇ ਕਾਬੂ ਵਿੱਚ ਨਹੀਂ ਆਉਂਦਾ, ਹੁਣ ਇਹ ਮੇਰੇ ਵੱਸ ਵਿੱਚ ਨਹੀਂ ਆਉਂਦਾ, ਹੁਣ ਮੈਂ ਇਸ ਨੂੰ ਭਰਮਾ ਨਹੀਂ ਸਕਦੀ। ਸਤਿਗੁਰ ਪਾਤਸ਼ਾਹ ਜੀ ਦੀ ਬਾਣੀ ਦਾ ਫਰਮਾਨ ਹੈ, ਮਾਏ ਬਾਪ ਪੂਤ ਹਿਤ ਭਰਾਤਾ ਉਨ ਘਰ ਘਰ ਮੇਲਿਓ ਦੂਆ। ਕਿਸ ਹੀ ਬਾੜ ਘਾਟ ਕਿਸ ਹੀ ਪੈ ਸਗਰੇ ਲਰ ਲਰ ਮੂਆ। ਜਿਨ੍ਹਾਂ ਨੂੰ ਮਾਇਆ ਨੇ ਆਪਣੇ ਪ੍ਰਭਾਵ ਹੇਠ ਰੱਖਿਆ ਹੋਇਆ ਹੈ ਉਹ ਸਾਰੇ ਇੱਕ ਦੂਜੇ ਦੇ ਨਾਲ ਲੜ ਰਹੇ ਹਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਅੱਜ ਸਮਾਜ ਵਿੱਚ ਅਸੀਂ ਦੇਖਦੇ ਹਾਂ ਇੱਕ ਝਗੜਾ ਚੱਲ ਰਿਹਾ ਹੈ, ਇਹ ਝਗੜਾ ਮਾਇਆ ਨੇ ਪਾਇਆ ਹੋਇਆ ਹੈ। ਪਰ ਜਦੋਂ ਗੁਰੂ ਕਿਰਪਾ ਦੇ ਨਾਲ ਮਨੁੱਖ ਪਰਮੇਸ਼ਵਰ ਦੇ ਨਜ਼ਦੀਕ ਹੋ ਜਾਂਦਾ ਹੈ, ਪਤੀ ਰੂਪ ਪਰਮੇਸ਼ਵਰ ਨੂੰ ਪ੍ਰਾਪਤ ਕਰ ਲੈਂਦਾ ਹੈ, ਫਿਰ ਉਹ ਮਾਇਆ ਨਿਰਾਸ਼ ਹੋ ਜਾਂਦੀ ਹੈ ਵੀ ਇਹ ਹੁਣ ਮੇਰੇ ਕਾਬੂ ਵਿੱਚ ਨਹੀਂ ਆਉਂਦਾ, ਹੁਣ ਨਹੀਂ ਮੈਂ ਇਸ ਨੂੰ ਭਰਮਾ ਸਕਦੀ ਹਾਂ। ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰ ਚਰਣੀ ਪ੍ਰਭ ਚੇਤੇ। ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਗੁਰੂ ਸ਼ਬਦ ਦੇ ਦੁਆਰਾ ਉਪਦੇਸ਼ ਦੇ ਦੁਆਰਾ ਸੁਖ ਮਹਿਲੀ, ਆਪਣੇ ਮਹਿਲ ਭਾਵ ਜੀਵ ਰੂਪੀ ਜੀਵਨ ਦੇ ਅੰਦਰ ਸੁਖ ਮਾਣਦੀ ਹੈ ਜੀਵ ਰੂਪ ਇਸਤਰੀ। ਅਸੀਂ ਆਪਣੇ ਸਰੀਰ ਰੂਪੀ ਘਰ ਦੇ ਅੰਦਰ ਅਗਰ ਸੁਖ ਲੈਣਾ ਹੈ ਤੇ ਉਹਦੇ ਵਾਸਤੇ ਸਾਨੂੰ ਗੁਰੂ ਦਾ ਉਪਦੇਸ਼ ਕਮਾਣਾ ਪਵੇਗਾ, ਗੁਰੂ ਦੀ ਸਿੱਖਿਆ ਨੂੰ ਧਾਰਨ ਕਰਨਾ ਪਵੇਗਾ। ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ, ਗੁਰ ਚਰਣੀ ਪ੍ਰਭ ਚੇਤੇ। ਗੁਰੂ ਦੇ ਚਰਨ ਕੀ ਹਨ? ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਧਿਓ ਪਾਲ। ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਟਿਕਾ ਲੈਣਾ ਤੇ ਇਸ ਤਰ੍ਹਾਂ ਸਾਨੂੰ ਜੋ ਪਰਮਾਤਮਾ ਹੈ ਉਹ ਹਰ ਵੇਲੇ ਚੇਤੇ ਵਿੱਚ ਰਹਿੰਦਾ ਹੈ। ਬਾਣੀ ਪੜ੍ਹਦੇ ਹੋਏ, ਸਿਮਰਨ ਕਰਦੇ ਹੋਏ ਪਰਮਾਤਮਾ ਦੀ ਯਾਦ ਹਿਰਦੇ ਵਿੱਚ ਬਣੀ ਰਹਿੰਦੀ ਹੈ। ਬਾਬੁਲ ਦਿਤੜੀ ਦੂਰ ਨਾ ਆਵੇ ਘਰ ਪਈਐ ਬਲਰਾਮ ਜੀਓ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਬਾਬੁਲ ਦਿਤੜੀ ਦੂਰ। ਉਹ ਜੋ ਪਤੀ ਰੂਪ ਪਰਮੇਸ਼ਵਰ ਹੈ ਜਿਸ ਦਾ ਘਰ ਜੋ ਹੈ ਦੂਰ ਹੈ, ਦੂਰ ਉਹਨਾਂ ਵਾਸਤੇ ਹੈ ਜਿਹੜੇ ਅਗਿਆਨਤਾ ਦੇ ਵਿੱਚ ਹਨ, ਜਿਹੜੇ ਅਵਿਦਿਆ ਦੇ ਵਿੱਚ ਹਨ। ਨਹੀਂ ਤੇ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਫਰਮਾਨ ਹੈ, ਗੁਰੂ ਭਗਤ ਰਵਿਦਾਸ ਜੀ ਕਹਿੰਦੇ ਹਨ, ਪਰਮੇਸ਼ਵਰ ਤੇ ਬਹੁਤ ਨੇੜੇ ਹੈ, ਕਹਿ ਰਵਿਦਾਸ ਹਾਥ ਪੈ ਨੇੜੈ। ਉਹ ਤੇ ਬਹੁਤ ਨੇੜੇ ਹੈ ਪਰ ਅਵਿਦਿਆ ਕਰਕੇ ਦੂਰ ਲੱਗਦਾ ਹੈ। ਸੋ ਉਸ ਦੂਰ ਪਤੀ ਰੂਪ ਪਰਮੇਸ਼ਵਰ ਨੂੰ ਜਦੋਂ ਬਾਬੁਲ ਨੇ ਆਪਣੀ ਗੁਰੂ ਕਿਰਪਾ ਦੇ ਦੁਆਰਾ ਜੀਵ ਰੂਪ ਇਸਤਰੀ ਜੋ ਹੈ ਪ੍ਰਾਪਤ ਹੋਈ ਹੈ, ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ, ਨਾ ਆਵੈ ਘਰ ਪਈਐ। ਫਿਰ ਉਹ ਦੁਬਾਰਾ ਪਈਐ ਤੋਂ ਭਾਵ ਇਸ ਮਾਤ ਲੋਕ ਦੇ ਵਿੱਚ ਦੁਬਾਰਾ ਉਹਦਾ ਆਉਣਾ ਨਹੀਂ ਹੁੰਦਾ। ਬਹੁਰ ਹਮ ਕਾਹੇ ਆਵਹਿੰਗੇ ਆਵਣ ਜਾਣਾ ਹੁਕਮ ਤਿਸੈ ਕਾ ਹੁਕਮੈ ਬੂਝ ਸਮਾਵਹਿੰਗੇ। ਜਦੋਂ ਗੁਰੂ ਨੇ ਕਿਰਪਾ ਕੀਤੀ, ਸਾਨੂੰ ਹੁਕਮ ਸਮਝ ਵਿੱਚ ਆ ਗਿਆ, ਸਾਨੂੰ ਗੁਰੂ ਦਾ ਉਪਦੇਸ਼ ਸਮਝ ਵਿੱਚ ਆ ਗਿਆ, ਫਿਰ ਅਸੀਂ ਬਾਰ-ਬਾਰ ਜੰਮਣ ਤੇ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ। ਫਿਰ ਉਹ ਜੀਵ ਸੰਸਾਰ ਵਿੱਚ ਦੁਬਾਰਾ ਆਉਂਦਾ ਨਹੀਂ ਹੈ। ਪਰਮੇਸ਼ਵਰ ਦੀ ਅਭੇਦਤਾ ਦਾ ਸੁਖ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਸਤਿਗੁਰ ਕਹਿੰਦੇ, ਬਲਰਾਮ ਜੀਓ, ਹੇ ਸਾਰਿਆਂ ਨੂੰ ਜੀਓ ਦਾਨ ਦੇਣ ਵਾਲੇ ਰਮੇ ਹੋਏ ਰਾਮ ਪਰਮੇਸ਼ਵਰ, ਮੈਂ ਤੇਥੋਂ ਬਲਿਹਾਰ ਜਾਵਾਂ। ਰਹਿਸੀ ਵੇਖ ਹਦੂਰ ਪਿਰ ਰਾਵੀ ਘਰ ਸੋਹੀਐ ਬਲਰਾਮ ਜੀਓ। ਰਹਿਸੀ ਵੇਖ ਹਦੂਰ, ਫਿਰ ਐਸੀ ਜੀਵ ਰੂਪ ਇਸਤਰੀ ਜਿਹਦੇ ਤੇ ਗੁਰੂ ਨੇ ਕਿਰਪਾ ਕੀਤੀ ਹੈ, ਪਤੀ ਰੂਪ ਪਰਮੇਸ਼ਵਰ ਦਾ ਸੰਗ ਪ੍ਰਾਪਤ ਹੋਇਆ ਹੈ, ਉਹ ਰਹਿਸੀ ਪ੍ਰਸੰਨ ਹੋਈ ਹੈ ਸਨਮੁਖ ਦੇਖ ਕਰਕੇ। ਜਿਸ ਨੇ ਉਸ ਪਤੀ ਰੂਪ ਪਰਮੇਸ਼ਵਰ ਨੂੰ ਆਪਣੇ ਸਨਮੁਖ ਦੇਖ ਲਿਆ ਹੈ ਗੁਰੂ ਕਿਰਪਾ ਦੇ ਦੁਆਰਾ, ਸਤਿਗੁਰ ਕਹਿੰਦੇ ਉਹ ਰਹਿਸੀ, ਉਹ ਪ੍ਰਸੰਨ ਹੋਈ ਜੀਵ ਰੂਪ ਇਸਤਰੀ। ਪਿਰ ਰਾਵੀ ਘਰ ਸੋਹੀ ਹੈ, ਤੋ ਆਪਣੇ ਪਤੀ ਰੂਪ ਪਰਮੇਸ਼ਵਰ ਦਾ ਸੰਗ ਮਾਣਦੀ ਹੋਈ ਆਪਣੇ ਘਰ ਦੇ ਵਿੱਚ, ਹਿਰਦੇ ਰੂਪੀ ਘਰ ਦੇ ਅੰਦਰ ਸੋਭਾ ਪਾਉਂਦੀ ਹੈ। ਬਲਰਾਮ ਜੀਓ, ਹੇ ਰਮੇ ਹੋਏ ਰਾਮ ਪਰਮੇਸ਼ਵਰ, ਮੈਂ ਤੇਥੋਂ ਬਲਿਹਾਰ ਜਾਵਾਂ। ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੇ। ਸੱਚੇ ਪਤੀ ਪਰਮੇਸ਼ਵਰ ਪਿਰ ਨੇ, ਜੋ ਲਾੜੇ ਨੇ ਲੋੜੀ ਪ੍ਰੀਤਮ ਜੋੜੀ। ਲੋੜੀ ਤੋਂ ਭਾਵ ਜਦੋਂ ਮੰਗ ਲਈ, ਜਦੋਂ ਪਤੀ ਰੂਪ ਪਰਮੇਸ਼ਵਰ ਨੇ ਜੀਵ ਰੂਪ ਇਸਤਰੀ ਨੂੰ ਆਪ ਗੁਰੂ ਕਿਰਪਾ ਦੇ ਦੁਆਰਾ ਲੋੜੀ ਮੰਗ ਲਿਆ, ਪ੍ਰੀਤਮ ਜੋੜੀ, ਤੇ ਪ੍ਰੀਤਮ ਨੇ ਉਹ ਜੋੜੀ ਜੋੜ ਲਈ, ਜੋੜ ਬਣਾ ਲਿਆ ਮਤ ਪੂਰੀ ਪ੍ਰਧਾਨੇ। ਤੇ ਐਸੀ ਜੀਵ ਰੂਪ ਜਗਿਆਸੂ ਇਸਤਰੀ ਦੀ ਜੋ ਮਤ, ਜੋ ਬੁੱਧ ਹੈ, ਉਹ ਪੂਰੀ ਹੋ ਗਈ, ਉਹ ਪ੍ਰਧਾਨ ਹੋ ਗਈ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ।
ਉਹ ਪ੍ਰਧਾਨ ਹੋ ਗਈ, ਉਹ ਸੰਸਾਰ ਵਿੱਚ ਸੋਭਨੀਕ ਹੋ ਗਈ। ਜਿਵੇਂ ਭਗਤ ਕਬੀਰ ਸਾਹਿਬ, ਭਗਤ ਰਵਿਦਾਸ ਜੀ, ਜਿੰਨੇ ਵੀ ਭਗਤ ਸਹਿਬਾਨ ਹੋਏ ਹਨ, ਗੁਰਮੁਖ ਜਨ ਹੋਏ ਹਨ, ਸਤਪੁਰਸ਼ ਹੋਏ ਹਨ, ਜਿਨ੍ਹਾਂ ਦੇ ਉੱਤੇ ਪਰਮਾਤਮਾ ਦੀ ਕਿਰਪਾ ਹੋਈ, ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਨਾਲ ਜੋੜ ਲਿਆ, ਫਿਰ ਉਹਨਾਂ ਦੀ ਮੱਤ ਪੂਰੀ ਹੋ ਜਾਂਦੀ ਹੈ। ਉਹ ਈਰਖਾ, ਨਿੰਦਿਆ, ਚੁਗਲੀ, ਦਵੈਖ ਤੋਂ ਉੱਪਰ ਹੋ ਜਾਂਦੇ ਹਨ, ਉਹ ਧਰਮ ਕਰਮ ਤੋਂ ਉੱਤੇ ਹੋ ਜਾਂਦੇ ਹਨ। ਇਸ ਪ੍ਰਕਾਰ ਸਤਿਗੁਰ ਕਹਿੰਦੇ ਉਹ ਸੰਸਾਰ ਵਿੱਚ ਪ੍ਰਧਾਨ ਹੋ ਕੇ ਸੋਭਾ ਪਾਉਂਦੇ ਹਨ। ਸੰਜੋਗੀ ਮੇਲਾ ਥਾਨ ਸੁਹੇਲਾ, ਗੁਣਵੰਤੀ ਗੁਰ ਗਿਆਨੇ। ਸੰਜੋਗੀ ਮੇਲਾ, ਸੰਜੋਗ ਭਲੇ ਸੰਜੋਗ, ਸੰਜੋਗ ਹੁੰਦਾ ਹੈ ਭਲੀ ਪ੍ਰਕਾਰ ਜੋਗ ਮਿਲਾਪ ਹੋ ਜਾਣਾ। ਜਿਵੇਂ ਸਤ ਸੰਗਤ ਹੈ, ਸਤ ਸੰਗਤ ਵਿੱਚ ਬੈਠਿਆਂ ਗੁਰੂ ਦਾ ਉਪਦੇਸ਼ ਕਮਾਉਂਦੇ ਕਮਾਉਂਦੇ ਗੁਰਮੁਖ ਜਨ ਜੋ ਹਨ ਉਹ ਪਰਮਾਤਮਾ ਦੇ ਨੇੜੇ ਹੋ ਜਾਇਆ ਕਰਦੇ ਹਨ, ਔਗਣਾਂ ਤੋਂ ਦੂਰ ਹੋ ਜਾਇਆ ਕਰਦੇ ਹਨ। ਸੰਜੋਗੀ ਮੇਲਾ ਥਾਨ ਸੁਹੇਲਾ, ਤੇ ਉਹ ਥਾਨ ਜੋ ਪਰਮਾਤਮਾ ਦਾ ਦਰ ਸੋਭਨੀਕ ਹੈ, ਉਸ ਦੀ ਪ੍ਰਾਪਤੀ ਹੋਈ ਹੈ। ਗੁਣਵੰਤੀ ਗੁਰ ਗਿਆਨੇ, ਕਿਉਂਕਿ ਗੁਣਵੰਤੀ ਜੀਵ ਰੂਪ ਇਸਤਰੀ ਜੋ ਗੁਣਾਂ ਦੇ ਸਹਿਤ ਹੋਈ, ਗੁਰੂ ਦੇ ਗਿਆਨ ਨੂੰ ਉਸਨੇ ਆਪਣੇ ਹਿਰਦੇ ਵਿੱਚ ਧਾਰ ਲਿਆ ਹੈ। ਸਤ ਸੰਤੋਖ ਸਦਾ ਸੱਚ ਪੱਲੇ, ਸੱਚ ਬੋਲੇ ਪਿਰ ਭਾਏ। ਸਤ ਸੰਤੋਖ ਸਦਾ ਸੱਚ ਪੱਲੇ, ਸਤ ਸੰਤੋਖ ਰੂਪੀ ਸ਼ੁਭ ਗੁਣ ਤੇ ਸਦਾ ਸੱਚ ਜੋ ਪਰਮੇਸ਼ਵਰ ਹੈ, ਉਸਨੇ ਆਪਣੇ ਪੱਲੇ ਭਾਵ ਝੋਲੀ ਵਿੱਚ, ਹਿਰਦੇ ਰੂਪੀ ਪੱਲੇ ਵਿੱਚ ਪਾਣਾ ਕੀਤਾ ਹੈ। ਸੱਚ ਬੋਲੇ ਪਿਰ ਭਾਏ, ਤੇ ਉਹ ਜੀਵ ਰੂਪ ਇਸਤਰੀ ਫਿਰ ਸੱਤ ਦਾ ਧਾਰਨੀ ਹੋ ਕਰਕੇ ਮਨੁੱਖ ਜੋ ਹੈ ਸੱਤ ਬੋਲੇ, ਹਮੇਸ਼ਾ ਸੱਚ ਹੀ ਬੋਲਦਾ ਹੈ, ਤੇ ਉਹਦੇ ਸੱਚ ਬੋਲਣ ਕਰਕੇ, ਸ਼ੁਭ ਗੁਣਾ ਕਰਕੇ ਉਹ ਆਪਣੇ ਪਤੀ ਰੂਪ ਪਰਮੇਸ਼ਵਰ ਨੂੰ ਭਾਉਂਦਾ ਹੈ। ਨਾਨਕ ਵਿਛੜ ਨਾ ਦੁਖ ਪਾਏ, ਗੁਰਮਤਿ ਅੰਕ ਸਮਾਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸ਼ਬਦ ਦੀ ਅਖੀਰਲੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਹਨ, ਨਾਨਕ ਵਿਛੜ ਨਾ ਦੁੱਖ ਪਾਏ। ਕੌਣ ਨਹੀਂ ਦੁਬਾਰਾ ਵਿਛੜ ਕੇ ਦੁੱਖ ਪਾਏਗਾ? ਗੁਰਮਤਿ ਅੰਕ ਸਮਾਏ, ਜਿਸ ਨੇ ਗੁਰਮਤ ਨੂੰ ਧਾਰਨ ਕਰਕੇ ਪਤੀ ਰੂਪ ਪਰਮੇਸ਼ਵਰ ਦੀ ਅੰਕ ਬੁੱਕਲ ਨੂੰ ਪ੍ਰਾਪਤ ਕਰ ਲਿਆ, ਐਸੀ ਜੀਵ ਰੂਪ ਇਸਤਰੀ ਜੋ ਹੈ ਉਹ ਕਦੇ ਵੀ ਵਿਛੜ ਕਰਕੇ ਵਿਛੋੜੇ ਦਾ ਦੁੱਖ ਜੋ ਹੈ ਉਹ ਸਹਾਰਦੀ ਨਹੀਂ ਹੈ। ਬਿਲਾਵਲ ਗੋਂਡ ਆਜ ਨਾਮੇ ਬੀਠਲ ਦੇਖਿਆ, ਮੂਰਖ ਕੋ ਸਮਝਾਉ ਰੇ। ਬਿਲਾਵਲ ਰਾਗ ਦੇ ਦੁਆਰਾ ਭਗਤ ਨਾਮਦੇਵ ਜੀ ਗੋਂਡ ਰਾਗ ਦੇ ਅੰਦਰ ਅੱਜ ਦਾ ਪਾਵਨ ਉਪਦੇਸ਼ ਜੋ ਲੜੀਵਾਰ ਸ਼ਬਦ ਵਿਚਾਰ ਹੈ ਉਹਦੇ ਅੰਦਰ ਬਖਸ਼ਿਸ਼ ਕਰ ਰਹੇ ਹਨ। ਆਜ ਨਾਮੇ ਬੀਠਲ ਦੇਖਿਆ, ਇਸ ਸ਼ਬਦ ਦੇ ਦੁਆਰਾ ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ ਹੋਏ ਦੱਸਦੇ ਹਨ ਕਿ ਨਾਮੇ ਨੇ ਉਸ ਬੀਠਲ ਜੋ ਪਰਮੇਸ਼ਵਰ ਹੈ ਉਸ ਨੂੰ ਦੇਖ ਲਿਆ ਹੈ, ਉਸ ਦੀ ਸਾਖਿਆਤ ਹਾਸਲ ਕਰ ਲਈ ਹੈ, ਤੇ ਹੁਣ ਮੈਂ ਉਹਨਾਂ ਮੂਰਖਾਂ ਨੂੰ ਸਮਝਾਉਂਦਾ ਹਾਂ। ਭਗਤ ਨਾਮਦੇਵ ਜੀ ਕਹਿੰਦੇ ਮੂਰਖ ਕਉ ਸਮਝਾਉ ਰੇ, ਮੈਂ ਉਸ ਮੂਰਖ ਨੂੰ ਸਿੱਖਿਆ ਦੇ ਰਿਹਾ ਹਾਂ ਜਿਹੜਾ ਧਰਮ ਕਰਮ ਅਡੰਬਰ ਦੇ ਵਿੱਚ ਫਸਿਆ ਹੋਇਆ ਹੈ, ਜਿਹੜਾ ਵਹਿਮਾਂ ਭਰਮਾਂ ਦੇ ਵਿੱਚ ਫਸਿਆ ਹੋਇਆ ਹੈ, ਜਾਤ ਪਾਤ ਦੇ ਵਿੱਚ ਫਸਿਆ ਹੋਇਆ, ਆਪਣੇ ਆਪ ਨੂੰ ਉੱਚ ਜਾਤੀ ਦਾ ਕਹਾਉਂਦਾ ਹੈ। ਰਹਾਉ ਵਿਸ਼ਰਾਮ ਦੇ ਕਰਕੇ ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ। ਪਾਂਡੇ ਤੁਮਰੀ ਗਾਇਤਰੀ, ਲੋਧੇ ਕਾ ਖੇਤ ਖਾਤੀ ਥੀ। ਇੱਕ ਪਾਂਡੇ ਤੋਂ ਭਾਵ ਪੰਡਤ ਨੇ ਭਗਤ ਨਾਮਦੇਵ ਜੀ ਨੂੰ ਕਿਹਾ ਕਿ ਨਾਮਦੇਵ ਤੂੰ ਗਾਇਤਰੀ ਦਾ ਭਜਨ ਕਰਿਆ ਕਰ, ਗਾਇਤਰੀ ਮੰਤਰ ਦਾ ਜਾਪ ਕਰਿਆ ਕਰ, ਇਹਦੇ ਜਾਪ ਦੇ ਨਾਲ ਤੈਨੂੰ ਮੋਕਸ਼ ਦੀ ਪ੍ਰਾਪਤੀ ਹੋਵੇਗੀ। ਤੇ ਭਗਤ ਨਾਮਦੇਵ ਜੀ ਕਹਿਣ ਲੱਗੇ ਪਾਂਡੇ ਤੁਮਰੀ ਗਾਇਤਰੀ, ਲੋਧੇ ਕਾ ਖੇਤ ਖਾਤੀ ਥੀ। ਮੈਨੂੰ ਪਤਾ ਹੈ, ਮੈਂ ਪੜ੍ਹਿਆ ਹੈ ਤੁਹਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਕਿ ਜਿਸ ਨੂੰ ਤੋਂ ਗਾਇਤਰੀ ਜੋ ਗਾਇਤਰੀ, ਸਰਸਵਤੀ ਤੇ ਇਹ ਜੋ ਬ੍ਰਹਮਾ ਦੀਆਂ 3 ਇਸਤਰੀਆਂ ਮੰਨੀਆਂ ਗਈਆਂ ਹਨ, ਬ੍ਰਹਮਾ ਤੋਂ ਸ਼ਰਾਪ ਲੈ ਕਰਕੇ ਤੇ ਗਾਇਤਰੀ ਜੋ ਹੈ ਗਊ ਰੂਪ ਹੋ ਕੇ ਮਾਤ ਲੋਕ ਦੇ ਵਿੱਚ ਵਿਚਰਦੀ ਹੈ, ਐਸੀ ਸਨਾਤਨ ਦੇ ਵਿੱਚ ਵਾਰਤਾ ਹੈ। ਸੋ ਭਗਤ ਨਾਮਦੇਵ ਜੀ ਕਥਨ ਕਰਦੇ ਵੀ ਮੈਂ ਦੇਖਿਆ ਹੈ ਜੋ ਗਾਇਤਰੀ ਲੋਧੇ ਜੋ ਭਾਵ ਦਾ ਕਿਸਾਨ ਦਾ ਖੇਤ ਉਹਦੇ ਵਿੱਚ ਚਰ ਰਹੀ ਸੀ। ਲੀਕਰ ਠੇਗਾ ਟਗਰੀ ਤੋਰੀ, ਲਾਂਗਤ ਲਾਂਗਤ ਜਾਤੀ ਥੀ। ਤੇ ਤੁਹਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਹੈ ਵੀ ਉਸ ਕਿਸਾਨ ਨੇ, ਉਸ ਜ਼ਿਮੀਂਦਾਰ ਨੇ ਲੱਕੜੀ ਤੋਂ ਭਾਵ ਡਾਂਗ ਮਾਰ ਕੇ ਉਸ ਗਊ ਦੀ ਲੱਤ ਜਿਹੜੀ ਹੈ ਤੋੜ ਦਿੱਤੀ ਤੇ ਉਹ ਲੰਗੜੀ ਹੋ ਗਈ। ਸੋ ਭਾਵ ਭਗਤ ਨਾਮਦੇਵ ਜੀ ਕਥਨ ਕਰਦੇ ਵੀ ਐਸੀਆਂ ਜੋ
ਕਹਾਣੀਆਂ ਤੁਸੀਂ ਆਪਣੀ ਗਾਇਤਰੀ ਦੇ ਬਾਰੇ ਆਪ ਹੀ ਆਪਣੇ ਧਾਰਮਿਕ ਗ੍ਰੰਥਾਂ ਵਿੱਚ ਲਿਖੀਆਂ ਹਨ। ਪਾਂਡੇ ਤੁਮਰਾ ਮਹਾਦੇਵ ਧੋਲੇ ਬਲਦ ਚੜਿਆ ਆਵਤ ਦੇਖਿਆ ਥਾ। ਫਿਰ ਉਹ ਕਹਿਣ ਲੱਗਾ ਵੀ ਤੂੰ ਮਹਾਦੇਵ ਦੀ ਪੂਜਾ ਕਰ ਲਿਆ ਕਰ, ਮਹਾਦੇਵ ਦੀ ਪੂਜਾ ਦਾ ਤੈਨੂੰ ਵੱਡਾ ਫਲ ਪ੍ਰਾਪਤ ਹੋ ਸਕਦਾ ਹੈ। ਤੇ ਭਗਤ ਨਾਮਦੇਵ ਜੀ ਕਹਿਣ ਲੱਗੇ ਮੈਂ ਪੜ੍ਹਿਆ ਹੈ ਤੁਹਾਡੇ ਧਾਰਮਿਕ ਗ੍ਰੰਥਾਂ ਨੂੰ, ਤੁਹਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਮਹਾਦੇਵ ਜੋ ਸ਼ਿਵ ਹੈ, ਸ਼ਿਵ ਜੀ ਹੈ, ਉਹਦੇ ਬਾਰੇ ਵੀ ਲਿਖਿਆ ਹੈ ਵੀ ਉਹ ਵੀ ਧੌਲੇ ਬਲਦ ਦੇ ਉੱਤੇ ਚੜਿਆ ਹੋਇਆ ਆ ਰਿਹਾ ਹੈ। ਮੋਦੀ ਕੇ ਕਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ। ਸੋ ਐਸੀਆਂ ਕਹਾਣੀਆਂ ਹਨ ਕਿ ਇੱਕ ਕਿਸੇ ਜਿਗਿਆਸੂ ਨੇ ਜੋ ਸ਼ਿਵ ਜੀ ਦੇ ਵਾਸਤੇ ਇੱਕ ਦਿਨ ਲੰਗਰ ਤਿਆਰ ਕੀਤਾ ਵੀ ਮੇਰੇ ਘਰ ਆਓ ਤੇ ਪ੍ਰਸ਼ਾਦਾ ਛਕੋ। ਤੇ ਸ਼ਿਵ ਜੀ ਉਹਦੇ ਘਰ ਪਹੁੰਚ ਗਏ ਪ੍ਰਸ਼ਾਦਾ ਛਕਣ ਵਾਸਤੇ। ਉੱਥੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਤੇ ਸ਼ਿਵ ਜੀ ਜੋ ਹੈ ਉਹ ਕ੍ਰੋਧਿਤ ਹੋ ਕਰਕੇ ਤੇ ਉਸ ਦੇ ਘਰ ਦੇ ਵਿੱਚ ਉਹਦੇ ਬੱਚੇ ਨੂੰ ਸ਼ਰਾਪ ਦੇ ਕੇ ਤੇ ਮ੍ਰਿਤਿੂ ਨੂੰ ਪ੍ਰਾਪਤ ਕਰ ਦਿੱਤਾ। ਉਹ ਕਹਿੰਦੇ ਵੀ ਐਸੀ ਸ਼ਿਵ ਜੀ ਦੀ ਉਪਾਸਨਾ ਦਾ ਮੈਨੂੰ ਕੀ ਲਾਭ ਹੈ ਜਿਹੜਾ ਗਲ-ਗਲ ਦੇ ਉੱਤੇ ਕ੍ਰੋਧਿਤ ਹੋ ਜਾਵੇ, ਜਿਹੜਾ ਆਇਆ ਤੇ ਲੰਗਰ ਛਕਣ ਸੀ ਤੇ ਜਾਂਦਾ ਜਾਂਦਾ ਸ਼ਰਾਪ ਦੇ ਕਰਕੇ ਬੱਚੇ ਨੂੰ ਹੀ ਮਾਰ ਗਿਆ। ਵੀ ਮੈਂ ਐਸੇ ਸ਼ਿਵ ਜੀ ਤੋਂ ਕੀ ਲੈਣਾ ਹੈ, ਮੇਰਾ ਉਹਦੇ ਨਾਲ ਕੋਈ ਵਾਸਤਾ ਨਹੀਂ ਹੈ। ਪਾਂਡੇ ਤੁਮਰਾ ਰਾਮਚੰਦ ਸੋ ਪੀ ਆਵਤ ਦੇਖਿਆ ਥਾ। ਫਿਰ ਭਗਤ ਨਾਮਦੇਵ ਜੀ ਨੂੰ ਕਹਿਣ ਲੱਗੇ ਵੀ ਰਾਮਚੰਦਰ ਜੀ ਦੀ ਉਪਾਸਨਾ ਕਰ ਲਿਆ ਕਰ, ਰਾਮਚੰਦਰ ਜੀ ਦਾ ਨਾਮ ਸਿਮਰ ਲਿਆ ਕਰ। ਤੇ ਉਹ ਅੱਗੋਂ ਜਵਾਬ ਦਿੰਦੇ ਕਿ ਹੇ ਪਾਂਡੇ, ਹੇ ਪੰਡਤ, ਮੈਂ ਤੁਹਾਡੇ ਰਾਮਚੰਦਰ ਦਾ ਇਤਿਹਾਸ ਵੀ ਜੋ ਹੈ ਉਹ ਵੀ ਚੰਗੀ ਤਰ੍ਹਾਂ ਜਾਣਦਾ ਹਾਂ। ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ। ਜਿਸ ਦੀ ਰਾਵਣ ਦੇ ਨਾਲ ਤੁਸੀਂ ਰਮਾਇਣ ਸਾਰੀ ਚੰਗੀ ਤਰ੍ਹਾਂ ਜਾਣਦੇ ਹੋ ਵੀ ਬਰਾਬਰੀ ਹੋਈ, ਯੁੱਧ ਹੋਇਆ ਤੇ ਉਹਦੇ ਵਿੱਚ ਜੋ ਰਾਮਚੰਦਰ ਨੇ ਆਪਣੀ ਘਰ ਦੀ ਇਸਤਰੀ ਗਵਾ ਲਈ ਵੀ ਉਹਦੀ ਵੀ ਕੋਈ ਬਹੁਤੀ ਵਡਿਆਈ ਜੋ ਹੈ ਭਗਤ ਨਾਮਦੇਵ ਜੀ ਕਹਿੰਦੇ ਮੈਂ ਸਮਝਦਾ ਨਹੀਂ ਹਾਂ। ਹਿੰਦੂ ਅੰਨਾ ਤੁਰਕ ਕਾਣਾ ਦੋਹਾਂ ਤੇ ਗਿਆਨੀ ਸਿਆਣਾ। ਭਗਤ ਨਾਮਦੇਵ ਜੀ ਉਹਨਾਂ ਦੋਹਾਂ ਮਤਾਂ ਮਤਾਂਤਰਾਂ ਦਾ ਇੱਥੇ ਵਰਣਨ ਕਰਦੇ ਹੋਏ ਕਥਨ ਕਰਦੇ ਹਨ ਵੀ ਇੱਕ ਮਤ ਹੈ ਹਿੰਦੂ ਮਤ। ਵੈਸੇ ਤੇ ਅੱਜ ਸਾਡੇ ਸੁਪਰੀਮ ਕੋਰਟ ਨੇ ਇਹ ਗੱਲ ਕਹਿ ਦਿੱਤੀ ਹੈ ਵੀ ਹਿੰਦੂ ਕੋਈ ਧਰਮ ਨਹੀਂ ਹੈ, ਹਿੰਦੂ ਇੱਕ ਗਾਲੀ ਹੈ। ਤੇ ਉਹਨੇ ਕਿਹਾ ਵੀ ਇਹਦਾ ਜੋ ਉਚਾਰਨ ਹੈ, ਇਹਦੀ ਜੋ ਵਰਤੋਂ ਹੈ ਉਹ ਸੰਵਿਧਾਨਕ ਅਸਥਾਨਾਂ ਦੇ ਉੱਤੇ ਨਹੀਂ ਹੋਣੀ ਚਾਹੀਦੀ। ਪਰ ਇਹ ਇੱਕ ਬਹੁਤ ਵੱਡੀ ਵਿਚਾਰ ਦਾ ਵਿਸ਼ਾ ਹੈ ਵੀ ਇਹ ਸ਼ਬਦ ਸਨਾਤਨ ਦੇ ਵਿੱਚ ਕਿੱਥੋਂ ਆ ਗਿਆ। ਸੋ ਭਗਤ ਨਾਮਦੇਵ ਜੀ ਕਥਨ ਕਰਦੇ ਹਨ ਹਿੰਦੂ ਅੰਨਾ, ਸ਼ਰਧਾ ਤੇ ਭਾਵਨਾ ਤੋਂ ਹੀਣ ਜੋ ਹਿੰਦੂ ਸਨਾਤਨੀ ਹੈ ਉਹ ਅੰਨਾ ਹੈ, ਉਹਦੇ ਦੋਵੇਂ ਨੇਤਰ ਨਹੀਂ ਹਨ। ਤੁਰਕੂ ਕਾਣਾ ਤੇ ਤੁਰਕ ਜੋ ਸੰਪਰਦਾਇਕ ਲੋਕ ਜਿਹੜੇ ਇਹ ਕਹਿੰਦੇ ਹਨ ਵੀ ਸਿਰਫ ਮਸਜਿਦ ਹੋਣੀ ਚਾਹੀਦੀ ਹੈ, ਮੰਦਰ ਨਾ ਹੋਵੇ, ਵੀ ਮਸਜਿਦ ਦੇ ਵਿੱਚ ਹੀ ਖੁਦਾ ਹੈ, ਮੰਦਰ ਵਿੱਚ ਰੱਬ ਨਹੀਂ ਹੈ। ਇਸ ਪ੍ਰਕਾਰ ਭਗਤ ਨਾਮਦੇਵ ਜੀ ਨੇ ਇੱਥੇ ਇੱਕ ਕਟਾਕਸ਼ ਕੀਤੀ ਹੈ। ਦੋਹਾਂ ਤੇ ਗਿਆਨੀ ਸਿਆਣਾ। ਤੇ ਭਗਤ ਨਾਮਦੇਵ ਜੀ ਕਹਿੰਦੇ ਨਾ ਦੋਹਾਂ ਦੇ ਨਾਲੋਂ ਉਹੀ ਵਿਦਵਾਨ, ਉਹੀ ਸੂਝਵਾਨ ਸਿਆਣਾ ਹੈ, ਸਮਝਦਾਰ ਹੈ, ਜਿਹਦੇ ਕੋਲ ਵਿਵੇਕ ਬੁੱਧ ਹੈ, ਜਿਹੜਾ ਵਿਵੇਕ ਦੇ ਤਲ ਤੇ ਵਿਚਾਰਵਾਨ ਹੋ ਕਰਕੇ ਹਰ ਚੀਜ਼ ਨੂੰ ਪਰਖ ਕੇ ਤੇ ਫਿਰ ਜੀਵਨ ਵਿੱਚ ਧਾਰਨ ਕਰੇ। ਹਿੰਦੂ ਪੂਜੈ ਦੇਹੁਰਾ ਮੁਸਲਮਾਨ ਮਸੀਤ। ਹਿੰਦੂ ਦੇਹੁਰਾ ਮੰਦਰ ਦੀ ਪੂਜਾ ਕਰਦਾ ਹੈ, ਉਹਨੂੰ ਮਸੀਤ ਨਹੀਂ ਭਾਉਂਦੀ, ਤੇ ਮੁਸਲਮਾਨ ਨੂੰ ਮਸੀਤ ਭਾਉਂਦੀ ਹੈ, ਮੰਦਰ ਚੰਗਾ ਨਹੀਂ ਲੱਗਦਾ। ਸੋ ਇਸ ਪ੍ਰਕਾਰ ਭਗਤ ਨਾਮਦੇਵ ਕਹਿੰਦੇ ਮੈਂ ਦੋਹਾਂ ਦਾ ਖੰਡਨ ਕਰਦਾ ਹਾਂ। ਨਾਮੇ ਸੋਈ ਸੇਵਿਆ ਜਹ ਦੇਹੁਰਾ ਨਾਮ ਸੀਤ। ਤੇ ਨਾਮਦੇਵ ਉਸ ਪਰਮੇਸ਼ਵਰ ਦੇ ਉਪਾਸਕ ਹਨ ਜੋ ਦੋਹਾਂ ਦੇ ਵਿੱਚ ਰਮਿਆ ਹੋਇਆ ਹੈ, ਜੋ ਮੰਦਰ ਦੇ ਵਿੱਚ ਵੀ ਹੋਵੇ, ਜੋ ਮਸੀਤ ਦੇ ਵਿੱਚ ਵੀ ਹੋਵੇ, ਜੋ ਹਰ ਥਾਂ ਤੇ ਹੈ। ਨਾਮਦੇਵ ਜੀ ਉਹਦੇ ਉਪਾਸਕ ਹਨ। ਸੋ ਇੱਥੇ ਭਗਤ ਨਾਮਦੇਵ ਜੀ ਨੇ ਸਰਗੁਣ ਪਰਮੇਸ਼ਵਰ ਨਿਰਗੁਣ ਨਿਰੰਕਾਰ ਦੀ ਉਪਾਸਨਾ ਦਾ ਉਪਦੇਸ਼ ਦਿੱਤਾ ਹੈ। ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਸਮੂਹ ਪ੍ਰਬੰਧਕ ਸਹਿਬਾਨ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਕਰਕੇ ਆਪ ਜੀ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਆਓ ਅਖੀਰਲੀਆਂ ਪੰਕਤੀਆਂ ਸ਼ਰਵਣ ਕਰਕੇ ਸੰਪੂਰਨਤਾ ਕਰੀਏ। ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ। ਹਿੰਦੂ ਪੂਜੈ ਦੇਹੁਰਾ ਮੁਸਲਮਾਨ ਮਸੀਤ। ਨਾਮੇ ਸੋਈ ਸੇਵਿਆ ਜਹ ਦੇਹੁਰਾ ਨਾਮ ਸੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।